ਸਰ ਔਰਤ ਨਾ ਇੱਕ ਹਰ ਤਰ੍ਹਾਂ ਦਾ ਰੋਲ ਪਲੇ ਕਰ ਸਕਦੀ ਹੈ। ਇੱਕ ਫਾਦਰ ਦਾ ਵੀ, ਮਦਰ ਦਾ ਵੀ, ਦਾਦਾ ਦਾ ਵੀ, ਦਾਦੀ ਦਾ ਵੀ, ਸਭ ਦਾ ਰੋਲ ਪਲੇ ਕਰ ਸਕਦੀ ਹੈ, ਲੇਕਿਨ ਇੱਕ ਮਰਦ ਨਹੀਂ ਕਰ ਸਕਦਾ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜਦੋਂ ਭੀੜ ਪੈਂਦੀ ਹੈ ਤਾਂ ਮਾਈ ਭਾਗੋ ਜੀ ਨੇ ਤਲਵਾਰ ਚੱਕ ਕੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੈ। जेंट्स कभी भी नहीं बोलेगा कि लड़की को दबाओ या लड़की नहीं होनी चाहिए। अगर देखें तो औरत ही औरत के लिए ऑब्स्टेकल क्रिएट करती है। ਔਰਤਾਂ ਹੀ ਨੇ। ਸ਼ਿਵ ਜੀ ਤੋਂ ਪਹਿਲਾਂ ਪਾਰਵਤੀ ਜੀ ਦਾ ਨਾਮ ਆਉਣਾ, ਉਹ ਔਰਤ ਹੀ ਹੈ ਨਾ ਉਹ ਵੀ। ਸੋ ਧਰਮ ਵੀ ਸਾਨੂੰ ਬਰਾਬਰਤਾ ਹੀ ਸਿਖਾਈ ਹੋਈ ਹੈ। ਇਹ ਬਾਅਦ ਦੇ ਵਿੱਚ ਕੁਝ ਲੋਕਾਂ ਨੇ ਬਣਾਤੀਆਂ ਨੇ ਇਹ ਚੀਜ਼ਾਂ, ਧਰਮਾਂ ਨੇ ਵੀ ਬਰਾਬਰਤਾ ਹੀ ਦੱਸੀ ਹੈਗੀ। ਔਰਤਾਂ ਹੀ ਨੇ। ਸ਼ਿਵ ਜੀ ਤੋਂ ਪਹਿਲਾਂ ਪਾਰਵਤੀ ਜੀ ਦਾ ਨਾਮ ਆਉਣਾ, ਉਹ ਔਰਤ ਹੀ ਹੈ ਨਾ ਉਹ ਵੀ। ਸੋ ਧਰਮ ਵੀ ਸਾਨੂੰ ਬਰਾਬਰਤਾ ਹੀ ਸਿਖਾਈ ਹੋਈ ਹੈ। ਇਹ ਬਾਅਦ ਦੇ ਵਿੱਚ ਕੁਝ ਲੋਕਾਂ ਨੇ ਬਣਾਤੀਆਂ ਨੇ ਇਹ ਚੀਜ਼ਾਂ, ਧਰਮਾਂ ਨੇ ਵੀ ਬਰਾਬਰਤਾ ਹੀ ਦੱਸੀ ਹੈਗੀ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ ਤੇ ਸਭ ਤੋਂ ਪਹਿਲਾਂ ਤੁਹਾਨੂੰ ਇੰਟਰਨੈਸ਼ਨਲ ਵਿਮਨ ਡੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਔਰਤਾਂ ਦਾ ਇਹ ਦਿਨ ਜੋ ਕਿ ਇੰਟਰਨੈਸ਼ਨਲ ਪੱਧਰ ਤੇ ਮਨਾਇਆ ਜਾਂਦਾ, ਅੱਜ ਇਸੇ ਦਿਨ ਨੂੰ ਲੈ ਕੇ ਅੱਜ ਆਪਾਂ ਜਾ ਕੇ ਵੱਖ-ਵੱਖ ਔਰਤਾਂ ਨਾਲ ਗੱਲ ਕਰਾਂਗੇ ਜੋ ਕਿ ਅਲੱਗ-ਅਲੱਗ ਪ੍ਰੋਫੈਸ਼ਨ ਦੇ ਵਿੱਚ ਨੇ। ਹਾਊਸ ਵਾਈਫ ਨਾਲ ਗੱਲ ਕਰਾਂਗੇ, ਡਾਕਟਰ ਨਾਲ ਗੱਲ ਕਰਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਕੋਈ ਔਰਤਾਂ ਨੇ, ਕਈ ਲਿਖਾਰੀ ਨੇ। ਹਰ ਇੱਕ ਵਰਗ ਦੀ ਔਰਤ ਨਾਲ ਕੋਸ਼ਿਸ਼ ਕਰਾਂਗੇ ਅਸੀਂ ਗੱਲ ਕਰੀਏ ਤੇ ਜਾਣੀਏ ਕਿ ਉਹ ਕੀ ਕਹਿੰਦੀਆਂ ਨੇ ਇਸ ਦਿਨ ਨੂੰ ਲੈ ਕੇ, ਕਿ ਵਾਕਈ ਔਰਤ ਨੂੰ ਜੋ ਇੱਜ਼ਤ ਰਿਸਪੈਕਟ ਮਿਲਣੀ ਚਾਹੀਦੀ ਹੈ ਉਹ ਇਸ ਸਮਾਜ 'ਚੋਂ ਮਿਲ ਰਹੀ ਹੈ, ਕਿ ਮਰਦ ਦੇ ਬਰਾਬਰ ਦੀ ਜਿਹੜੀ ਬਰਾਬਰੀ ਹੈ ਔਰਤ ਨੂੰ ਮਿਲ ਰਹੀ ਹੈ। ਆਓ ਚੱਲਦੇ ਹਾਂ, ਗੱਲ ਕਰਦੇ ਹਾਂ ਉਹਨਾਂ ਔਰਤਾਂ ਨਾਲ ਤੇ ਜਾਣਦੇ ਹਾਂ ਕਿ ਅੱਜ ਇੰਟਰਨੈਸ਼ਨਲ ਵਿਮਨ ਡੇ ਦੇ ਉੱਤੇ ਔਰਤਾਂ ਕੀ ਕਹਿੰਦੀਆਂ ਨੇ ਤੇ ਕੀ ਜਿਹੜੇ ਆਪਣੇ ਵਿਚਾਰ ਨੇ ਉਹ ਕੈਮਰੇ ਅੱਗੇ ਰੱਖਦੀਆਂ ਨੇ। ਚੱਲੀਏ ਕਰੀਏ ਗੱਲ ਇਹਨਾਂ ਔਰਤਾਂ ਨਾਲ। ਸਾਡੇ ਨਾਲ ਕੁਝ ਟੀਚਰਸ ਵੀ ਨੇ ਸਕੂਲ ਦੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਕੀ ਮੈਮ ਤੁਸੀਂ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਨੂੰ ਲੈ ਕੇ? ਸਭ ਤੋਂ ਪਹਿਲਾਂ ਸਾਰਿਆਂ ਨੂੰ ਇੰਟਰਨੈਸ਼ਨਲ ਵੂਮਨ ਡੇ ਤੇ ਬਹੁਤ-ਬਹੁਤ ਮੁਬਾਰਕਾਂ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਔਰਤ ਹੈ, ਜੇ ਉਹਨੇ ਤਰੱਕੀ ਕਰਨੀ ਹੈ ਤਾਂ ਉਹਨੂੰ ਆਪਣੇ ਆਪ ਲਈ ਆਪ ਹੀ ਸੋਚਣਾ ਪਏਗਾ। ਕੋਈ ਹੋਰ ਨਹੀਂ ਹੈ ਜਿਹੜਾ ਉਹਦੇ ਲਈ ਕੁਝ ਕਹੇਗਾ, ਉਹਨੂੰ ਆਪ ਹੀ ਉੱਠਣਾ ਪਏਗਾ, ਉਹਨੂੰ ਆਪ ਹੀ ਆਪਣੇ ਆਪ ਦੇ ਲਈ ਹਿੰਮਤ ਕਰਨੀ ਪਏਗੀ। ਕਿਉਂਕਿ ਜਿਹੜੀ ਸਮਾਜ ਹੈ, ਚਾਹੇ ਹੁਣ ਔਰਤ ਬਹੁਤ ਅੱਗੇ ਵੱਧ ਚੁੱਕੀ ਹੈ, ਪਰ ਕੁਝ ਕਮੀਆਂ ਹਜੇ ਵੀ ਸਾਡੇ ਸਮਾਜ 'ਚ ਹੈਗੀਆਂ ਨੇ ਜਿਨ੍ਹਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਔਰਤ ਮਰਦ ਦੇ ਬਰਾਬਰ ਹੋ ਸਕੇ। ਥੈਂਕ ਯੂ। ਤੇ ਇਸੇ ਤਰ੍ਹਾਂ ਜਿਵੇਂ ਕਿ ਔਰਤ ਹੈ ਜਿਹੜੀ ਉਹ ਹੁਣ ਹਰ ਫੀਲਡ ਦੇ ਵਿੱਚ ਸਭ ਤੋਂ ਅੱਗੇ ਜਾ ਰਹੀ ਹੈ, ਠੀਕ ਹੈ, ਚਾਹੇ ਉਹ ਰੇਲਵੇ ਵਿਭਾਗ ਹੋਵੇ, ਚਾਹੇ ਕੋਈ ਵੀ ਡਿਪਾਰਟਮੈਂਟ ਹੈ, ਸਭ ਦੇ ਵਿੱਚ ਹੁਣ ਵੂਮਨ ਦਾ ਜਿਹੜਾ ਹੈ ਉਹ ਨੰਬਰ 1 ਤੇ ਅਹੁਦਾ ਪਹੁੰਚ ਰਿਹਾ ਹੈ ਜੀ। ਇਸ ਲਈ ਕੀ ਲੱਗਦਾ ਕਿ ਬਰਾਬਰਤਾ ਹੈ ਹੁਣ ਸਮਾਜ 'ਚ? ਬਰਾਬਰਤਾ ਤਾਂ ਜ਼ਰੂਰ ਹੈ, ਕਿਉਂਕਿ ਵਿਮਨ ਹੁਣ ਪਹਿਲਾਂ ਦੀ ਤਰ੍ਹਾਂ ਨਹੀਂ ਹੈ ਕਿ ਪਹਿਲਾਂ ਘਰ ਦੇ ਵਿੱਚ ਜਿਸ ਤਰ੍ਹਾਂ ਔਰਤਾਂ ਘਰ ਦੇ ਅੰਦਰ ਹੀ ਰਹਿੰਦੀਆਂ ਸੀ, ਤੇ ਹੁਣ ਉਹ ਅੱਗੇ ਵੱਧ ਕੇ ਆਪਣਾ ਮਰਦ ਦੇ ਨਾਲ ਪੂਰਾ ਮੁਕਾਬਲਾ ਕਰ ਰਹੀ ਹੈ ਹਰ ਫੀਲਡ ਦੇ ਵਿੱਚ। ਸੋ ਬਿਲਕੁਲ ਜਿਹੜੇ ਸਕੂਲ ਟੀਚਰ ਨੇ ਜਿਨ੍ਹਾਂ ਨੇ ਕਿਹਾ ਕਿ ਬਰਾਬਰਤਾ ਜ਼ਰੂਰ ਹੈਗੀ ਆ ਤੇ ਔਰਤ ਨੂੰ ਜਿਹੜਾ ਬਰਾਬਰਤਾ ਤੇ ਰੱਖਣਾ ਵੀ ਚਾਹੀਦਾ ਹੈ ਤਾਂ ਕਿ ਸਮਾਜ ਦੇ ਵਿੱਚ ਉਹ ਵਿਚ ਸਕੇ, ਖੁਦ ਹੀ ਜਿਹੜਾ ਉਹਨੂੰ ਮਜ਼ਬੂਤ ਹੋਣ ਦੀ ਲੋੜ ਹੈਗੀ ਆ। ਸੋ ਇਸ ਸਮੇਂ ਅਸੀਂ ਇੱਕ ਕੱਪੜੇ ਦੀ ਦੁਕਾਨ ਦੇ ਉੱਤੇ ਆ, ਮੇਨ ਬਾਜ਼ਾਰ 'ਚ ਦੁਕਾਨ ਹੈ। ਸਾਡੇ ਨਾਲ ਓਨਰ ਨਾਲ ਨੇ ਤੇ ਕੰਮ ਕਰਦੇ ਆ ਵੀ ਵੂਮਨ ਡੇ ਦੇ ਉੱਤੇ ਗੱਲਬਾਤ ਕਰਦੇ ਆ। ਕੀ ਕਹੋਗੇ ਅੱਜ ਦੇ ਦਿਨ ਨੂੰ ਲੈ ਕੇ? ਅੱਜ 8 ਮਾਰਚ ਦਾ ਦਿਨ ਹੈ। ਇਹ ਦਿਨ ਬਹੁਤ ਖੁਸ਼ੀਆਂ ਦੇ ਨਾਲ ਪੂਰੇ ਸੰਸਾਰ ਦੇ ਵਿੱਚ ਮਨਾਇਆ ਜਾਂਦਾ ਹੈ। ਇਸ ਨੂੰ ਔਰਤ ਦਿਵਸ ਮੈਂ ਕਹੂੰਗੀ, ਕਿਉਂਕਿ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ ਤਾਂ ਪੰਜਾਬੀ ਬੋਲੀ ਹੀ ਆਪਾਂ ਨੂੰ ਵਰਤਣੀ ਚਾਹੀਦੀ ਹੈ। ਈਵਨ ਕਿ ਮੈਂ ਇਹ ਕਹੂੰਗੀ ਕਿ ਸਭ ਪੰਜਾਬੀ ਬੋਲੋ, ਪੰਜਾਬ ਵਿੱਚ ਰਹਿੰਦੇ ਹਾਂ। ਮੈਂ ਔਰਤ ਜਿਹੜੀ ਹੈਗੀ ਹੈ ਸੰਸਾਰ ਰੂਪੀ ਬਾਗ ਦਾ ਬਹੁਤ ਸੋਹਣਾ ਫਲ ਹੈ ਜਿਹਦੇ ਨਾਲ ਸਾਰੀ ਦੁਨੀਆ ਸਿਰਜੀ ਜਾਂਦੀ ਹੈ। ਇੱਕ ਇਨਸਾਨ ਨੂੰ ਦੁਨੀਆ ਵਿੱਚ ਲਿਆਉਣ ਵਾਲੀ ਔਰਤ ਹੀ ਹੈ। ਔਰਤ ਦੇ ਨਾਲ ਪੂਰਾ ਸੰਸਾਰ ਚੱਲਦਾ ਹੈ। ਪਰ ਦੇਖੋ, ਔਰਤ ਜਿਹੜੀ ਹੈਗੀ ਹੈ, ਔਰਤ ਦੀ ਅੰਦਰ ਇੱਕ ਆਵਾਜ਼ ਹੁੰਦੀ ਹੈ ਜਿਹੜੀ ਕਿ ਉਹ ਕਦੇ ਉਠਾਉਣਾ ਨਹੀਂ ਚਾਹੁੰਦੀ। ਪਰ ਅੱਜ ਦਾ ਜਿਹੜਾ ਜ਼ਮਾਨਾ ਹੈ, ਔਰਤ ਨੂੰ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਹੈ, ਅੱਗੇ ਆਉਣਾ ਚਾਹੀਦਾ ਹੈ। ਔਰਤ ਆਪਣੇ ਆਦਮੀ ਦੇ ਨਾਲ ਮੋਢਾ ਜੋੜ ਕੇ ਖੜਦੀ ਹੈ, ਹਰ ਦੁੱਖ ਤਕਲੀਫ 'ਚ ਉਹਦਾ ਸਾਥ ਦਿੰਦੀ ਹੈ। ਇਸ ਕਰਕੇ ਸਾਰੀਆਂ ਔਰਤਾਂ ਨੂੰ ਇਹੀ ਬੇਨਤੀ ਹੈ ਕਿ ਸਾਰੇ ਆਪਣੇ ਹੱਕਾਂ ਲਈ ਅੱਗੇ ਆਓ ਤੇ ਆਪਣੇ ਹੱਕਾਂ ਲਈ ਆਵਾਜ਼ ਉਠਾਓ। ਧੰਨਵਾਦ। ਅੱਜ ਦਾ ਦਿਨ ਬੀਬੀਆਂ ਵਾਸਤੇ ਹੈ। ਇਹ ਜਿਹੜੀਆਂ ਬੀਬੀਆਂ ਬੜੀ ਉਮਰ ਦੀਆਂ ਹੁੰਦੀਆਂ ਨੇ, ਇਹਨਾਂ ਨੂੰ ਖਾਸ ਕਰਕੇ ਧਾਰਮਿਕ ਗੁਰੂ ਦੇ ਉਹਨਾਂ ਨਾਲ ਜੁੜਨਾ ਚਾਹੀਦਾ ਹੈ। ਘਰ ਨਹੀਂ ਬੈਠਣਾ ਚਾਹੀਦਾ ਹੈਗਾ, ਗੱਲਾਂ ਬਾਤਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ। ਜੇ ਆਪਾਂ ਗੁਰੂ ਨਾਲ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਜਦੋਂ ਭੀੜ ਪੈਂਦੀ ਹੈ ਤਾਂ ਮਾਈ ਭਾਗੋ ਜੀ ਨੇ ਤਲਵਾਰ ਚੱਕ ਕੇ ਦੁਸ਼ਮਣਾਂ ਦਾ ਸਾਹਮਣਾ ਕੀਤਾ ਹੈ ਤੇ ਮਾਤਾ ਗੁਜਰ ਕੌਰ ਜੀ ਨੇ ਸਾਹਿਬਜ਼ਾਦਿਆਂ ਨੂੰ
ਆਪਣੀ ਸਮਝ ਦੇ ਨਾਲ ਉਹਨਾਂ ਨੂੰ ਕਿੰਨਾ ਸਿੱਖੀ ਵਿੱਚ ਉਤਾਰਿਆ। ਉਹਨਾਂ ਨੇ ਬਹੁਤ ਬੜਾ ਉਹ ਕੀਤਾ ਹੈ ਤੇ ਬੀਬੀਆਂ ਦਾ ਬਹੁਤ ਬੜਾ ਯੋਗ ਹੈ ਕਿ ਬੀਬੀਆਂ ਅੱਗੇ ਬੇਨਤੀ ਹੈ ਕਿ ਉਹ ਆਪਣੇ ਆਉਣ ਵਾਲੀ ਨਸਲ ਨੂੰ, ਆਪਣੇ ਪੋਤੇ ਪੋਤੀਆਂ ਨੂੰ ਇਸ ਲਾਈਨ ਤੇ ਲਾਣ ਤਾਂ ਕਿ ਉਹ ਅੱਗੇ ਜਾ ਕੇ ਗੁਰਸਿੱਖੀ ਤੇ ਚੱਲ ਸਕਣ। ਕੀ ਲੱਗਦਾ ਤੁਹਾਨੂੰ ਕਿ ਔਰਤ ਨੂੰ ਜਿਹੜਾ ਬਰਾਬਰ ਦਾ ਦਰਜਾ ਮਿਲਦਾ ਸਮਾਜ 'ਚ? ਹਾਂ ਜ਼ਰੂਰ ਮਿਲਣਾ ਚਾਹੀਦਾ। ਔਰਤਾਂ ਵੀ ਤਾਂ ਸਮਾਜ ਦੀ ਇੱਕ ਹਿੱਸਾ ਨੇ, ਇਹਨਾਂ ਨੂੰ ਪੂਰਾ ਦਰਜਾ ਮਿਲਣਾ ਚਾਹੀਦਾ। ਜੋ ਕੰਮ ਅਸੀਂ ਜੈਂਟਸ ਕਰ ਸਕਦੇ ਹਾਂ ਉਹ ਲੇਡੀਜ਼ ਵੀ ਕਰ ਸਕਦੀ ਹੈ ਨਾ। ਹੁਣ ਕਿਹੜੀ ਚੀਜ਼ ਦਾ ਜਿਹੜੀ ਉਹ ਹੱਕ ਆਪਣਾ ਨਹੀਂ ਰੱਖਦੀ? ਹਰ ਸਮਾਜ ਦੇ ਹਰ ਖੇਤਰ ਦੇ ਵਿੱਚ ਹੱਕ ਰੱਖਦੀ ਹੈ, ਆਪਣਾ ਹਰ ਕੰਮ ਕਰਦੀ ਹੈ। ਤੇ ਬਾਕੀ ਸਾਡੀ ਤਾਂ ਗੁਰੂਆਂ ਨੇ ਵੀ ਇਹੀ ਸਾਨੂੰ ਸਿਖਾਇਆ ਵੀ ਬਰਾਬਰ ਦਾ ਹੱਕ ਦਿਓ। ਹੋਰ ਮੈਂ ਕੀ ਕਹਾਂ? ਤੇ ਕੀ ਲੱਗਦਾ ਕਿ ਬਰਾਬਰ ਦਾ ਹੱਕ ਹੈ ਹੁਣ ਸਮਾਜ 'ਚ? ਜ਼ਰੂਰ ਦਿੰਦੇ ਨੇ ਪਰ ਆਜ਼ਾਦੀ ਹੈ ਨਹੀਂ। ਹੱਕ ਜ਼ਰੂਰ ਹੈ ਪਰ ਆਜ਼ਾਦੀ ਹੈ ਨਹੀਂ। ਉਸ ਹਿਸਾਬ ਨਾਲ ਔਰਤ ਨੂੰ ਨਹੀਂ ਦੇਖਿਆ ਜਾਂਦਾ ਜਿਸ ਹਿਸਾਬ ਨਾਲ ਔਰਤ ਆਪਣੇ ਕੰਮ ਵੀ ਕਰਦੀ ਹੈ, ਬਰਾਬਰੀ ਵੀ ਕਰਦੀ ਹੈ, ਪਰ ਹੱਕ ਨਹੀਂ ਦਿੱਤੇ ਜਾਂਦੇ। ਕਿਉਂ ਨਹੀਂ ਦਿੱਤੇ ਜਾਂਦੇ ਲੱਗਦਾ? ਕਿ ਇਕੱਲੀ ਉਹ ਬਾਹਰ ਨਹੀਂ ਜਾ ਸਕਦੀ। ਜੇ ਬਾਹਰ ਜਾਂਦੀ ਹੈ ਤਾਂ ਲੋਕ ਉਹਨੂੰ ਮਾੜੀਆਂ ਨਜ਼ਰਾਂ ਨਾਲ ਦੇਖਦੇ ਨੇ, ਪਰ ਹੱਕ ਉਹਨੂੰ ਉਹ ਹੋਣਾ ਚਾਹੀਦਾ ਨਾ ਜੋ ਸਮਾਜ ਦੇ ਵਿੱਚ ਹੋਣਾ ਚਾਹੀਦਾ। ਇੱਜ਼ਤ ਵੀ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਪਹਿਲੇ ਨਾਲੋਂ ਫਰਕ ਹੈ ਕਿ ਪਹਿਲਾਂ ਬਿਲਕੁਲ ਵੀ ਕੋਈ ਹੱਕ ਨਹੀਂ ਮਿਲਦੇ ਸੀ, ਪਰ ਹੁਣ ਸੋਚ ਹੈ ਲੋਕਾਂ ਵਿੱਚ, ਪਰ ਹਜੇ ਹੱਕ ਪੂਰੇ ਨਹੀਂ ਮਿਲਦੇ। ਪਹਿਲੇ ਸਿਰਫ ਹਾਊਸਵਾਈਵਸ ਹੁੰਦੀਆਂ ਸੀ ਔਰਤਾਂ, ਹੁਣ ਅੱਜ ਕੱਲ੍ਹ ਕੰਮ ਵੀ ਕਰਦੀਆਂ ਤੇ ਨਾਲ ਘਰ ਵੀ ਦੇਖਦੀਆਂ। ਪਰ ਕਿਉਂਕਿ ਦੋਨੋਂ ਚੀਜ਼ਾਂ ਕਰਨੀਆਂ ਪੈਂਦੀਆਂ, ਇਸ ਕਰਕੇ ਕਿਤੇ ਨਾ ਕਿਤੇ ਕੁਛ ਨਾ ਕੁਛ ਲੈਕ ਕਰ ਜਾਂਦਾ ਹੈ। ਪਰ ਥੋੜੀ ਸੋਚ ਹੁਣ ਚੇਂਜ ਹੋ ਗਈ ਹੈ ਕਿ ਲੋਕ ਸੋਚਦੇ हैं, ਬੰਦੇ ਸੋਚਦੇ हैं ਕਿ ਸਾਨੂੰ ਵੀ ਨਾਲ ਕੰਮ ਕਰਾਉਣਾ ਪਏਗਾ, ਪਰ ਹਜੇ ਜ਼ਿਆਦਾ ਸੋਚ ਹੀ ਹੈ। ਕੰਮ ਕਰਾਉਣਾ, ਪ੍ਰੈਕਟੀਕਲੀ ਕਰਨਾ ਥੋੜਾ ਹਜੇ ਇੰਨਾ ਨਹੀਂ ਹੋਇਆ। ਮੈਂ ਸੋਸ਼ਲ ਵਰਕਰ ਵੀ ਕਰ ਰਹੀ ਹਾਂ, ਹਾਊਸਵਾਈਫ ਵੀ ਹਾਂ, ਘਰ ਵੀ ਚਲਾਉਂਦੀ ਹਾਂ, ਪਰਿਵਾਰ ਵੀ ਚਲਾਉਂਦੀ ਹਾਂ, ਸਭ ਕੁਝ ਕਰ ਰਹੀ ਹਾਂ। ਮੈਂ ਤਾਂ ਇਹੀ ਕਹਿਣਾ ਚਾਹਾਂਗੀ ਕਿ ਲੜਕੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਦਿੱਤਾ ਜਾਏ, ਘਰ ਤੋਂ ਹੀ ਆਪਣਾ ਸ਼ੁਰੂਆਤ ਕੀਤੀ ਜਾਏ ਤਾਂ ਬਹੁਤ ਅੱਛੀ ਗੱਲ ਹੈ। ਜਿਵੇਂ ਕਿ ਆਪਣੇ ਬਹੂ ਹੋ ਗਈ, ਕੋਈ ਪੋਤੀ ਹੈ, ਉਹਨਾਂ ਤੋਂ ਕਦੇ ਵੀ ਇਹ ਨਾ ਸੋਚੋ ਵੀ ਬੇਟੀ ਹੋ ਗਈ ਹੈ ਜਾਂ ਬਹੂ ਹੈ ਤਾਂ ਅੱਛੀ ਨਹੀਂ ਹੈ, ਕਿਉਂਕਿ ਨਾਰੀ ਹੀ ਨਾਰੀ ਦੀ ਦੁਸ਼ਮਣ ਹੈ, ਸਭ ਤੋਂ ਬੜੀ ਗੱਲ ਹੈ। ਤੇ ਇਸ ਕਰਕੇ ਵੀ ਇਸ ਜਿਹੜੀ ਹੈਗੀ ਆ ਪ੍ਰਥਾ ਨੂੰ ਹਟਾਇਆ ਜਾਵੇ ਵੀ ਲੜਕਾ ਹੀ ਹੋਣਾ ਚਾਹੀਦਾ, ਲੜਕੀ ਕਿਉਂ ਹੋਈ ਹੈ ਜਾਂ ਮਤਲਬ ਬਹੂ ਹੈ ਤਾਂ ਮੇਰੇ ਬਰਾਬਰ ਕਿਉਂ ਨਹੀਂ ਹੈ, ਸੱਸ ਹੈ ਤਾਂ ਕੁਝ ਹੋਰ ਹੈ, ਬਹੂ ਹੈ ਤਾਂ ਕੁਝ ਹੋਰ ਹੈ। ਐਸੀ ਐਕਟੀਵਿਟੀਆਂ ਨੂੰ ਖਤਮ ਕੀਤਾ ਜਾਵੇ। ਮੈਂ ਆਪਣੇ ਘਰ ਦੇ ਵਿੱਚ ਹੀ ਮਤਲਬ ਰੱਖਿਆ ਹੋਇਆ, ਮਤਲਬ ਮੈਨੂੰ ਆਪਣੀ ਪੋਤੀ ਨਾਲ ਬਹੁਤ ਪਿਆਰ ਹੈ। ਮੇਰੇ ਬੇਟੀ ਨਹੀਂ ਸੀ, ਆ ਜੋ ਹੈ ਬਹੂ ਹੈ, ਉਹਨੂੰ ਵੀ ਆਪਾਂ ਤਾਂ ਇਹੀ ਸਮਝੀਦਾ ਕਿ ਆਪਣੇ ਘਰ ਦੀ ਬੇਟੀ ਵਾਂਗੂ ਹੀ ਹੁੰਦੀ ਹੈ ਬਹੂ ਵੀ ਸਾਡੀ। ਔਰ ਕਦੇ ਮੈਂ ਨਹੀਂ ਸੋਚਿਆ ਕਿ ਮੈਂ ਸੱਸ ਹੈ ਤੇ ਮੇਰੀ ਬਹੂ ਮੇਰੇ ਤੋਂ ਅੱਗੇ ਕਿਉਂ ਨਿਕਲ ਜਾਏ ਜਾਂ ਮੈਂ ਉਹਨੂੰ ਨੀਚਾ ਦਿਖਾਵਾਂ ਜਾਂ ਕੁਛ ਹੈ। ਐਸਾ ਘਰਾਂ ਦੀ ਜਿਹੜੀ ਪ੍ਰਥਾ ਨੇ ਇਹਨਾਂ ਨੂੰ ਖਤਮ ਕੀਤਾ ਜਾਵੇ। ਬਈ ਲੜਕੀਆਂ ਨੂੰ ਵੀ ਅੱਗੇ ਵਧਣ ਲਈ ਮੌਕਾ ਦਿੱਤਾ ਜਾਵੇ ਔਰ ਉਹਨਾਂ ਨੂੰ ਸਪੋਰਟ ਕੀਤੀ ਜਾਵੇ ਅੱਗੇ ਵਧਣ ਦੀ, ਪੜ੍ਹਨ ਲਿਖਣ ਦੇ ਵਿੱਚ, ਐਕਟੀਵਿਟੀ ਦੇ ਵਿੱਚ, ਸਮਾਜ ਦੇ ਵਿੱਚ ਖੁੱਲ੍ਹ ਕੇ ਜੀਣ ਦੀ ਉਹਨਾਂ ਨੂੰ ਵੀ ਆਜ਼ਾਦੀ ਦਿੱਤੀ ਜਾਵੇ। ਘਰ ਤੋਂ ਹੀ ਸ਼ੁਰੂਆਤ ਕੀਤੀ ਜਾਏਗੀ ਤਾਂ ਸਮਾਜ ਆਪਣਾ ਅੱਗੇ ਵਧਿਆ ਜਾਏਗਾ। ਨਾਰੀ ਹੀ ਨਾਰੀ ਦੀ ਦੁਸ਼ਮਣ ਹੈ, ਬਾਕੀ ਕੁਛ ਵੀ ਨਹੀਂ ਹੈਗਾ। ਜੈਂਟਸ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਐਸਾ। ਲੇਕਿਨ ਜਿਹੜੀ ਲੇਡੀਜ਼ ਹੈ ਨਾ ਉਹ ਹੀ ਮਤਲਬ ਘਰ ਦੇ ਵਿੱਚ ਹੀ ਆਪਣੇ ਐਸੀ ਪ੍ਰੋਬਲਮਾਂ ਕ੍ਰੀਏਟ ਕਰ ਦਿੰਦੀਆਂ ਜਿਹਦੇ ਕਾਰਨ ਘਰਾਂ ਦੇ ਵਿੱਚ ਪ੍ਰੋਬਲਮ ਆ ਜਾਂਦੀਆਂ ਨੇ। ਤੇ ਲੜਕੀਆਂ ਨੂੰ ਸਪੋਰਟ ਕਰੋ ਔਰ ਲੜਕੀਆਂ ਨੂੰ ਅੱਗੇ ਵਧਣ ਦਾ ਮੌਕਾ ਦਿਓ। ਹੁਣ ਮੈਂ ਵੀ ਇੱਕ ਸੋਸ਼ਲ ਵਰਕਰ ਹਾਂ, ਘਰ ਵੀ ਚਲਾ ਰਹੀ ਹਾਂ, ਪਰਿਵਾਰ ਬਾਹਰ ਵੀ ਚਲਾ ਰਹੀ ਹਾਂ, ਘਰ ਵੀ ਚੱਲ ਰਿਹਾ ਮੇਰਾ। ਪਰਮਾਤਮਾ ਦੇ ਨਾਲ ਬਹੁਤ ਅੱਛਾ ਹੈ, ਪੇਕੇ ਸਹੁਰੇ ਸਭ ਨਾਲ ਆਪਣੇ ਲਿੰਕ ਵੀ ਨੇ, ਸਮਾਜ 'ਚ ਵੀ ਕਾਫੀ ਅੱਛੀ ਗੁੱਡਵਿਲ ਬਣੀ ਹੋਈ ਹੈ। ਤਾਂ ਹੀ ਹੈ ਕਿ ਆਪਾਂ ਟਾਈਮ ਕੱਢ ਰਹੇ ਹਾਂ ਅੱਜ, ਤਾਂ ਹੀ ਆਪਾਂ ਅੱਗੇ ਵਧ ਰਹੇ ਹਾਂ। ਲੜਕੀਆਂ ਉਹ ਪੜ੍ਹ ਰਹੀਆਂ ਨੇ, ਸੋਸ਼ਲ ਵਰਕਰ ਆ, ਉਹਨਾਂ ਨੂੰ ਫ੍ਰੀ ਪੜ੍ਹਾਇਆ ਜਾ ਰਿਹਾ, ਫ੍ਰੀ ਆਫ ਕੋਸਟ ਸਿਖਾਇਆ ਜਾ ਰਿਹਾ ਸਭ ਕੁਝ। ਉਹਨਾਂ ਨੂੰ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਲੜਕੀਆਂ ਬਹੁਤ ਕੁਝ ਕਰਨਾ ਚਾਹੁੰਦੀਆਂ, ਲੇਕਿਨ ਜੋ ਉਹਨਾਂ ਨੂੰ ਸਪੋਰਟ ਮਿਲੀ ਜਾਏ। ਕਈ ਵਾਰ ਵਿਚਾਰੇ ਮਿਡਲ ਕਲਾਸ ਲੋਕ ਆਪਣੀ ਲੜਕੀਆਂ ਨੂੰ ਅੱਗੇ ਵਧਣ ਨਹੀਂ ਦਿੰਦੇ, +2 ਤੋਂ ਬਾਅਦ ਪੜ੍ਹਾਉਂਦੇ ਹੀ ਨਹੀਂ। ਉਹਨਾਂ ਨੂੰ ਸਪੋਰਟ ਜੇ ਕੀਤੀ ਜਾਵੇ, ਅੱਗੇ ਵਧਾਇਆ ਜਾਵੇ, ਉਹਨਾਂ ਨੂੰ ਹਰ ਫੀਲਡ ਦੇ ਵਿੱਚ ਅੱਗੇ ਵਧਾਓ। ਬਸ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਸਮਾਜ ਤਾਂ ਹੀ ਅੱਗੇ ਵਧੇਗਾ ਜੇ ਲੜਕੀ ਅੱਗੇ ਵਧਣ। ਅੱਜ ਇੰਟਰਨੈਸ਼ਨਲ ਵੂਮਨ ਡੇ ਤੇ ਮੈਂ ਆਪਣੇ ਸਾਰੇ ਵੂਮੈਨਸ ਨੂੰ ਬਹੁਤ ਬਹੁਤ ਜਿਹੜਾ ਹੈ ਮੁਬਾਰਕਬਾਦ ਦਿੰਦੀ ਹਾਂ। ਬਈ ਇਹ ਜਿਹੜਾ ਦਿਨ ਹੈ ਇਹ ਮਨਾਇਆ ਜਾਂਦਾ ਹੈ ਸਾਡੇ ਲਈ, ਵੂਮੈਨਸ ਦੇ ਲਈ ਖਾਸ ਕਰਕੇ। ਇਸ ਦਿਨ ਨੂੰ ਮਨਾਉਣ ਦੀ ਜਿਹੜੀ ਹੈ ਜ਼ਰੂਰਤ ਤਾਂ ਪਈ ਕਿਉਂਕਿ ਜਿਹੜਾ ਹੈ ਪਹਿਲੇ ਸਮਿਆਂ ਦੇ ਵਿੱਚ ਬਰਾਬਰ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ। ਜਿਹੜੇ ਲੇਬਰਰ ਕਲਾਸ ਨੂੰ ਵੀ, ਵੂਮੈਨ ਨੂੰ ਘੱਟ ਜਿਹੜੀ ਹੈ ਮਜ਼ਦੂਰੀ ਦਿੱਤੀ ਜਾਂਦੀ ਸੀ। ਪਰ ਹੁਣ ਜਿਹੜਾ ਹੈ ਸਰਕਾਰ ਦੇ ਯਤਨਾਂ ਦੇ ਕਾਰਨ ਜਿਹੜਾ ਬਹੁਤ ਇਹ ਵੂਮੈਨ ਦਾ ਜਿਹੜਾ ਲੈਵਲ ਹੈ ਉੱਪਰ ਜਿਹੜਾ ਹੈ ਕੀਤਾ ਗਿਆ ਹੈ। ਔਰ ਸਾਰੀਆਂ ਜਿਹੜੀ ਆਪਣਾ ਜੌਬਸ ਦੇ ਵਿੱਚ ਵੀ ਉਹਨਾਂ ਨੂੰ ਜਿਹੜਾ ਸਪੈਸ਼ਲ ਕੋਟਾ ਜਿਹੜਾ ਹੈ ਦਿੱਤਾ ਜਾਂਦਾ ਹੈ। ਅਤੇ ਕਿਤੇ ਨਾ ਜਿਹੜੀ ਹੈ ਬਰਾਬਰੀ ਤਾਂ ਹੋ ਗਈ ਹੈ, ਪਰ
ਫਿਰ ਵੀ ਜਿਹੜਾ ਹੈ ਕੁਝ ਪਰਸੈਂਟ ਜਿਹੜੇ ਹੈ ਲੋਕ ਹਾਲੇ ਵੀ ਜਿਹੜਾ ਹੈ ਵੂਮਨ ਨੂੰ ਜਿਹੜਾ ਹੈ ਉਹ ਉਹਨਾਂ ਦਰਜਾ ਜੋ ਉਹਨਾਂ ਦਾ ਬਣਦਾ ਹੈ, ਉਹ ਨਹੀਂ ਦੇ ਪਾ ਰਹੇ। ਉਮੀਦ ਕਰਦੀ ਆ ਵੀ ਜਿਹੜਾ ਹੈ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿੰਨੇ ਕੁ ਕੁਝ ਪਰਸੈਂਟੇਜ ਰਹਿ ਗਈ ਹੈ ਵੀ ਜਿਹੜੇ ਸੋਚਦੇ ਨੇ ਵੀ ਨਹੀਂ ਲੇਡੀਜ਼ ਜਿਹੜੀਆਂ ਨੇ ਹਾਲੇ ਜੈਂਟਸ ਨਾਲੋਂ ਘੱਟ ਨੇ, ਉਹ ਵੀ ਜਿਹੜਾ ਹੈ ਹੌਲੀ ਹੌਲੀ ਜਿਹੜਾ ਹੈ ਲੈਵਲ ਇਹ ਉੱਪਰ ਚੱਕਿਆ ਜਾਏਗਾ। ਇੰਟਰਨੈਸ਼ਨਲ ਔਮਨ ਡੇ ਆ ਤੇ ਸਾਡੇ ਨਾਲ ਇੱਕ ਯੋਗਾ ਟੀਚਰ ਵੀ ਨੇ, ਕਿਉਂਕਿ ਵੱਖ-ਵੱਖ ਵਰਗ ਨਾਲ ਅਸੀਂ ਗੱਲ ਕਰ ਰਹੇ ਹਾਂ। ਇਹਨਾਂ ਨਾਲ ਗੱਲ ਕਰਦੇ ਹਾਂ। ਸਾਕਸ਼ੀ ਜੀ, ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਯੋਗਾ ਸਿਖਾਉਂਦੇ ਹੋ, ਖਾਸ ਕਰਕੇ ਔਮਨਸ ਨੂੰ, ਉਹਨਾਂ ਨੂੰ ਮਜ਼ਬੂਤ ਬਣਾਉਂਦੇ ਹੋ, ਇਸ ਡੇ ਦੇ ਉੱਤੇ ਕੀ ਕਹੋਗੇ? ਇਸ ਡੇ ਤੇ ਮੈਂ ਉਹਨਾਂ ਨੂੰ ਇੱਕ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਯੋਗ, ਕ੍ਰਿਸ਼ਨਾ ਨੇ ਵੀ ਕਿਹਾ ਭਗਵਦ ਗੀਤਾ ਦੇ ਵਿੱਚ, ਸਮਤਵਮ ਯੋਗ ਉਚਤੇ। ਤਾਂ ਇਹਦਾ ਕੀ ਅਰਥ ਹੈ ਕਿ ਯੋਗਾ ਦੇ ਨਾਲ ਅਸੀਂ ਆਪਣੇ ਮਨ ਔਰ ਸਰੀਰ ਨੂੰ ਇੱਕਦਮ ਬੈਲੈਂਸ ਦੇ ਵਿੱਚ ਕਰ ਸਕਦੇ ਹਾਂ। ਜਦ ਸਾਡਾ ਮਨ ਔਰ ਸਰੀਰ ਸ਼ਾਂਤ ਹੁੰਦਾ ਹੈ ਤਾਂ ਅਸੀਂ ਖੁਦ ਸ਼ਾਂਤ ਹੁੰਦੇ ਹਾਂ, ਤਾਂ ਅਸੀਂ ਦੂਜਿਆਂ ਨੂੰ ਵੀ ਸ਼ਾਂਤ ਕਰ ਸਕਦੇ ਹਾਂ। ਔਰ ਇੱਕ ਔਰਤ ਐਸੀ ਕੁੰਜੀ ਹੈ ਜਿਹੜੀ ਦੋ ਪਰਿਵਾਰਾਂ ਨੂੰ ਜੋੜਦੀ ਹੈ। ਤਾਂ ਉਹ ਕੁੰਜੀ ਅਗਰ ਸਹੀ ਖੁਦ ਹੋਏਗੀ ਤਾਂ ਹੀ ਉਹ ਦੂਜਿਆਂ ਨੂੰ ਸਹੀ ਰੱਖ ਸਕਦੀ ਹੈ। ਖੁਦ ਖੁਸ਼ ਰਹਾਂਗੇ ਤਾਂ ਹੀ ਅਸੀਂ ਦੂਜਿਆਂ ਨੂੰ ਖੁਸ਼ ਰੱਖ ਸਕਦੇ ਹਾਂ। ਤਾਂ ਮੇਰੀ ਸਭ ਔਰਤਾਂ ਨੂੰ ਇਹੀ ਗੁਜ਼ਾਰਿਸ਼ ਹੈ, ਇਹੀ ਮੈਸੇਜ ਹੈ ਕਿ ਤੁਸੀਂ ਆਪਣਾ ਧਿਆਨ ਖੁਦ ਰੱਖੋ। ਮੈਂ ਇੱਕ ਸੋਹਮ ਸਕੂਲ ਆਫ ਯੋਗਾ ਐਂਡ ਮੈਡੀਟੇਸ਼ਨ ਪੰਜਾਬ ਦੇ ਵਿੱਚ ਹੈ ਇਹ, ਉੱਥੇ ਕੋ ਟੀਚਰ ਹਾਂ। ਤੇ ਮੈਂ ਆਪਣਾ ਖੁਦ ਦਾ ਧਿਆਨ ਇਸੇ ਲਈ ਰੱਖਦੀ ਹਾਂ ਕਿ ਮੈਂ ਤੁਹਾਡੇ ਸਭ ਦਾ ਧਿਆਨ ਰੱਖ ਸਕਾਂ। ਖੁਦ ਦੇ ਚਿਹਰੇ ਤੇ ਇਹੀ ਇਸੇ ਲਈ ਸਮਾਈਲ ਹੈ ਕਿ ਤੁਹਾਡੇ ਸਭ ਦੇ ਚਿਹਰਿਆਂ ਤੇ ਮੁਸਕਾਨ ਲਿਆ ਸਕਾਂ। ਆਓ ਇਹੀ ਆਪਾਂ ਉਪਰਾਲਾ ਕਰਦੇ ਹਾਂ ਕਿ ਸਭ ਦੇ ਚਿਹਰਿਆਂ ਤੇ ਮੁਸਕਾਨ ਲਿਆਉਣੀ ਹੈ ਤਾਂ ਆਪਣੇ ਚਿਹਰੇ ਤੇ ਮੁਸਕਾਨ ਹੋਣੀ ਚਾਹੀਦੀ ਹੈ। ਹੈਪੀ ਵੂਮਨਸ ਡੇ। ਔਰਤਾਂ ਦਾ ਅੱਜ ਦਿਨ ਹੈ। ਇੱਕ ਐਸੀ ਔਰਤ ਨਾਲ ਅਸੀਂ ਗੱਲ ਕਰਦੇ ਹਾਂ ਜਿਹੜੇ ਸਿੰਗਲ ਮਦਰ ਨੇ। 10 ਸਾਲ ਪਹਿਲਾਂ ਉਹਨਾਂ ਦੇ ਹਸਬੈਂਡ ਦੀ ਡੈਥ ਹੋ ਚੁੱਕੀ ਸੀ। ਉਹ ਔਰਤ ਕਿਵੇਂ ਸਰਵਾਈਵ ਕਰਦੀ ਹੈ ਸਮਾਜ ਦੇ ਵਿੱਚ, ਕੀ ਮੁਸ਼ਕਿਲਾਂ ਆਉਂਦੀਆਂ ਨੇ? ਤਾਂ ਮੀਨੂ ਜੀ ਸਾਡੇ ਨਾਲ ਇਹਨਾਂ ਗੱਲਬਾਤ ਕਰਦੇ ਹਾਂ। ਮੀਨੂ ਜੀ, ਕਿਸ ਤਰੀਕੇ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ? सर लाइफ मेरे 10 साल हो गए हैं, मैं पूरा हार्ड वर्क कर रही हूँ। मैं सिंगल मदर हूँ और मेरे हस्बैंड की डेथ हुई नूं 10 साल हो चुके हैं। मेरी 2 बेटियां ने। सर बहुत हार्ड वर्क किया है मैं, बहुत ज़्यादा मेहनत की है, बहुत ज़्यादा स्ट्रगल किया है और अज इत्थे तक पहुँची हैं। और मेरी बड़ी बेटी बीकॉम और छोटी बेटी मेरी +1 ਦੇ ਵਿੱਚ ਹੈ और मेरी दोनों बेटियां पढ़न ਦੇ ਵਿੱਚ ਬਹੁਤ ਲਾਇਕ ਹੈ, ਬਹੁਤ ਇੰਟੈਲੀਜੈਂਟ ਹੈ। ਇੱਕ ਔਰਤ ਨੂੰ ਜਾਂ ਸਮਾਜ 'ਚ ਵਿਚਰਦੀ ਆ, ਕੀ ਲੱਗਦਾ ਕਿ ਅੱਜ ਵੀ ਜਿਹੜਾ ਬਰਾਬਰੀ ਨਹੀਂ ਹੈਗੀ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ? ਸਰ ਪਹਿਲੀ ਗੱਲ ਤਾਂ ਇਹ ਹੈ ਕਿ ਲਾਈਫ ਦੇ ਵਿੱਚ ਇੱਕ ਇੰਪੋਸੀਬਲ ਕੁਝ ਹੈ ਹੀ ਨਹੀਂ ਹੈ ਲਾਈਫ 'ਚ। ਅਗਰ ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ। ਸਰ ਔਰਤ ਨਾ ਇੱਕ ਹਰ ਤਰ੍ਹਾਂ ਦਾ ਰੋਲ ਪਲੇ ਕਰ ਸਕਦੀ ਹੈ, ਇੱਕ ਫਾਦਰ ਦਾ ਵੀ, ਮਦਰ ਦਾ ਵੀ, ਦਾਦਾ ਦਾ ਵੀ, ਦਾਦੀ ਦਾ ਵੀ, ਸਭ ਦਾ ਰੋਲ ਪਲੇ ਕਰ ਸਕਦੀ ਹੈ, ਲੇਕਿਨ ਇੱਕ ਮਰਦ ਨਹੀਂ ਕਰ ਸਕਦਾ। ਸਰ ਅਗਰ ਔਰਤ ਚਾਹੇ ਤਾਂ ਕੀ ਨਹੀਂ ਹੋ ਸਕਦਾ। ਸਰ ਮੈਂ ਆਪਣੀ ਲਾਈਫ ਦੇ ਵਿੱਚ ਇੰਨਾ ਜ਼ਿਆਦਾ ਸਟਰਗਲ ਕੀਤਾ ਹੈ ਔਰ ਅੱਜ ਵੀ ਕਰ ਰਹੀ ਹਾਂ। ਔਰ ਮੈਂ ਨਹੀਂ ਮੰਨਦੀ ਸਰ ਕਿ ਕੁਝ ਵੀ ਲਾਈਫ ਦੇ ਵਿੱਚ ਇੰਪੋਸੀਬਲ ਹੈ। ਸਰ ਅੱਜ ਦੇ ਦਿਨ ਵੂਮਨ ਡੇ 'ਤੇ ਮੈਂ ਸਪੈਸ਼ਲ ਮਤਲਬ ਇਹ ਬੋਲਣਾ ਚਾਹੁੰਦੀ ਹਾਂ ਕਿ ਜੋ ਕਿਸੇ ਲੇਡੀਜ਼ ਦੇ ਮਤਲਬ ਡਿਵੋਰਸ ਹੋ ਜਾਂਦਾ ਹੈ ਜਾਂ ਉਹਨਾਂ ਦੇ ਮਤਲਬ ਹਸਬੈਂਡ ਦੀ ਡੈਥ ਹੋ ਜਾਂਦੀ ਹੈ, ਮਤਲਬ ਉਹਨਾਂ ਨੂੰ ਟੁੱਟ ਕੇ ਨਹੀਂ ਬੈਠਣਾ ਚਾਹੀਦਾ। ਉਹਨਾਂ ਨੂੰ ਆਪਣੇ ਅੰਦਰ ਇੱਕ ਹਿੰਮਤ, ਇੱਕ ਪਾਵਰ ਹੋਣੀ ਚਾਹੀਦੀ ਹੈ ਕਿ ਹਾਂ ਬਈ ਅਸੀਂ ਕੁਝ ਕਰ ਸਕਦੇ ਹਾਂ, ਹੈ ਨਾ। ਕਿਸੇ ਦੀ ਕੀ ਮਜ਼ਾਲ ਹੈ ਕਿ ਕੋਈ ਸਾਨੂੰ ਸਮਾਜ ਦੇ ਵਿੱਚ ਮਤਲਬ ਬਹੁਤ ਕੁਝ ਸੁਣਨਾ ਪੈਂਦਾ, ਸਹਿਣਾ ਪੈਂਦਾ। ਪਰਿਵਾਰ ਦੇ ਵਿੱਚ ਰਹਿੰਦੇ ਹੋਏ ਵੀ ਆਪਾਂ ਨੂੰ ਬਹੁਤ ਕੁਝ ਸੁਣਨਾ ਪੈਂਦਾ ਹੈ, ਲੇਕਿਨ ਅੰਦਰੋਂ ਸਰ ਸਟਰੋਂਗ ਹੋਣਾ ਚਾਹੀਦਾ ਹੈ ਤਾਂ ਔਰਤ ਕੁਝ ਵੀ ਕਰ ਸਕਦੀ ਹੈ। ਔਰਤ ਨੂੰ ਸਰ ਕਦੀ ਵੀ ਨਾ ਹਿੰਮਤ ਨਹੀਂ ਹਾਰਨੀ ਚਾਹੀਦੀ। ਅਗਰ ਮੈਂ ਉਸ ਟਾਈਮ ਟੁੱਟ ਕੇ ਬੈਠ ਜਾਂਦੀ, ਸ਼ਾਇਦ ਅੱਜ ਮੇਰੇ ਬੱਚੇ ਅੱਛੇ ਸਕੂਲ ਔਰ ਅੱਛੇ ਕਾਲਜ 'ਚ ਨਾ ਪੜ੍ਹ ਪਾਉਂਦੇ। ਅੱਜ ਮੇਰੀਆਂ ਬੇਟੀਆਂ ਦੋਨੋਂ ਪੜ੍ਹਨ 'ਚ ਬਹੁਤ ਜ਼ਿਆਦਾ ਇੰਟੈਲੀਜੈਂਟ ਨੇ। ਸਰ ਸਮਾਜ ਦੇ ਬਹੁਤ ਤਾਨੇ ਸੁਣਨੇ ਪੈਂਦੇ ਹੈ ਸਭ ਕੁਝ, ਲੇਕਿਨ ਮਰਦ ਨੂੰ ਤਾਨੇ ਕਿਉਂ ਨਹੀਂ ਦਿੰਦਾ ਕੋਈ? ਸਿਰਫ ਇੱਕ ਔਰਤ ਨੂੰ ਹੀ ਕਿਉਂ ਸੁਣਨਾ ਪੈਂਦਾ? ਵੂਮਨ ਡੇ 'ਤੇ ਔਰਤਾਂ ਨੂੰ ਇਹੀ ਇੱਕ ਮੈਸੇਜ ਹੈ ਕਿ ਕਦੀ ਵੀ ਲਾਈਫ 'ਚ ਹਿੰਮਤ ਨਹੀਂ ਹਾਰਨੀ ਚਾਹੀਦੀ। ਤੁਹਾਡੇ ਅੰਦਰ ਇੱਕ ਸਟਰੋਂਗ ਪਾਵਰ ਹੈ, ਉਹਨੂੰ ਬਾਹਰ ਲਿਆਓ। ਹਿੰਮਤ ਰੱਖੋ, ਕੁਝ ਵੀ ਹੋ ਸਕਦਾ ਹੈ ਲਾਈਫ ਦੇ ਵਿੱਚ, ਕੁਝ ਵੀ। ਸੋ ਬਿਲਕੁਲ ਇੱਕ ਸਿੰਗਲ ਮਦਰ ਹੋਣ ਦੇ ਨਾਤੇ ਇੱਕ ਔਰਤ ਜਿਹੜੀ ਸਮਾਜ ਵਿਚਰਦੀ, ਇਹਨਾਂ ਨੇ ਆਪਣੇ ਜਿਵੇਂ ਜਿਹੜੇ ਭਾਵ ਨੇ, ਆਪਣੀ ਭਾਵਨਾਵਾਂ ਨੇ ਉਹ ਤੁਹਾਡੇ ਨਾਲ ਪ੍ਰਗਟ ਕੀਤੀਆਂ ਨੇ। ਬੇਸ਼ੱਕ ਕੁਝ ਸ਼ਬਦ ਦੀ ਕਮੀ ਜ਼ਰੂਰ ਰਹੀ ਇਹਨਾਂ ਕੋਲ, ਪਰ ਫਿਰ ਵੀ ਜੋ ਇਹ ਕਹਿਣਾ ਚਾਹੁੰਦੇ ਹੋ ਤੁਸੀਂ ਸਮਝੇ ਹੋਵੋਗੇ ਕਿ ਕਿਸ ਤਰੀਕੇ ਨਾਲ ਇੱਕ ਔਰਤ ਨੂੰ ਸਰਵਾਈਵ ਕਰਨਾ ਪੈਂਦਾ। ਇਹਨਾਂ ਨੇ ਆਪਣੇ ਬੱਚਿਆਂ ਨੂੰ ਜਿਸ ਤਰੀਕੇ ਨਾਲ ਜਿਹੜਾ ਆਪਣਾ ਪਾਲਿਆ ਤੇ ਫਿਰ ਕਾਮਯਾਬ ਹੋਏ ਨੇ ਤੇ ਬੱਚਿਆਂ ਨੂੰ ਵੀ ਕਾਮਯਾਬ ਕੀਤਾ। ਸੋ ਹਿੰਮਤ ਜ਼ਰੂਰ ਰੱਖਣੀ ਚਾਹੀਦੀ। ਆਓ ਚੱਲਦੇ ਹਾਂ ਹੋਰ ਔਰਤਾਂ ਜਿਹੜੀਆਂ ਉਹਨਾਂ ਨਾਲ ਗੱਲ ਕਰਦੇ ਹਾਂ ਵੱਖ-ਵੱਖ ਸਮਾਜ ਨਾਲ। ਔਰਤਾਂ ਦੇ ਅਧਿਕਾਰਾਂ ਬਾਰੇ ਗੱਲ ਇਹ ਹੈ ਵੀ ਇਹ ਇੱਕ ਬਹੁਤ ਵੱਡਾ ਤੇ ਇੱਕ ਬੜਾ ਹੀ ਸੈਂਸਿਟਿਵ ਟੌਪਿਕ ਹੈਗਾ। ਅੱਜ ਦੇ ਸਮੇਂ ਦੇ ਵਿੱਚ ਅਧਿਕਾਰ ਹੈਗੇ ਵੀ ਬੜੇ ਹੈ ਤੇ ਬਟ ਦੇयर इज ਏ ਮਤਲਬ ਬਹੁਤ ਵੱਡਾ ਲੰਬਾ ਸਫ਼ਰ ਹੈ ਜਿਹੜਾ ਹਲੇ ਆਪਾਂ ਤੈਅ ਕਰਨਾ ਹੈਗਾ। ਜੇ ਆਪਾਂ ਪੁਰਾਣੇ ਸਮਿਆਂ ਨਾਲ ਕੰਪੇਅਰ ਕਰੀਏ ਉਹਦੇ ਹਿਸਾਬ ਸਿਰ ਇੰਪਰੂਵਮੈਂਟ ਵੀ ਬਹੁਤ ਹੈ। ਜਿਵੇਂ ਪਹਿਲਾਂ ਤਾਂ ਕੁੜੀਆਂ ਨੂੰ ਪੜ੍ਹਾਇਆ ਹੀ ਨਹੀਂ ਸੀ ਜਾਂਦਾ, ਖਾਣ ਪੀਣ ਦੇ ਵਿੱਚ ਵੀ ਕਿਹਾ ਜਾਂਦਾ ਹੁੰਦਾ ਸੀ ਵੀ ਤੂੰ ਕੁੜੀ ਆ, ਤੈਨੂੰ ਆਹ ਨਹੀਂ ਦੇਣਾ ਹੈਗਾ ਖਾਣ ਲਈ, ਹੈ ਨਾ।
ਉਹ ਚੀਜ਼ਾਂ ਤੇ ਆਪਾਂ ਹੁਣ ਅਚੀਵ ਕਰ ਚੁੱਕੇ ਹੈਗੇ ਘਰਾਂ, ਪਰ ਬਹੁਤ ਇੱਕ ਲੰਬਾ ਸਫ਼ਰ ਪਿਆ, ਬਹੁਤ ਇੱਕ ਵੱਡਾ ਵਾਸਟ ਟੌਪਿਕ ਹੈਗਾ। ਪਹਿਲੀ ਗੱਲ ਤਾਂ ਇਹ ਹੈ ਵੀ ਆਪਾਂ ਨੂੰ ਲੇਡੀਜ਼ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਵੀ ਬਰਾਬਰੀ ਜਿਹੜੀ ਹੈ, ਬਰਾਬਰੀ ਡਜ਼ਨਟ ਮੀਨ ਵੀ ਹਰ ਚੀਜ਼ 'ਚ ਆਪਾਂ ਬਰਾਬਰੀ ਕਰਨੀ ਹੈਗੀ ਹੈ ਨਾ, ਜਿੱਦਾਂ ਕਹਿੰਦੇ ਵੀ ਹਾਂ ਫੌਜ 'ਚ ਵੀ ਹੋਣਾ ਚਾਹੀਦਾ। ਜੇ ਰੱਬ ਨੇ ਹੀ ਕੁਛ ਡਿਫਰੈਂਸਿਸ ਰੱਖੇ ਹੋਏ ਹੈਗੇ ਆ, ਜਿਵੇਂ ਫਿਜ਼ੀਕਲੀ ਆਪਣੇ ਬਾਡੀ ਦੀ ਜਿਹੜੀ ਸਾਡੇ ਜਾਂ ਹਾਰਮੋਨਸ ਦਾ ਹਿਸਾਬ ਕਿਤਾਬ ਹੈਗਾ ਹੈ, ਉਹਦੇ ਹਿਸਾਬ ਸਿਰ ਹੀ ਜੋ ਪਰਮਾਤਮਾ ਨੇ ਲੇਡੀਜ਼ ਨੂੰ ਬਖਸ਼ਿਆ ਹੈਗਾ ਹੈ, ਸਾਨੂੰ ਉਹਦੇ ਵਿੱਚ ਹੀ ਨਿਪੁੰਨਤਾ ਹਾਸਲ ਕਰਨੀ ਚਾਹੀਦੀ ਹੈ, ਨਾ ਕਿ ਹਰ ਟਾਈਮ ਇਹ ਕਹਿਣਾ ਚਾਹੀਦਾ ਵੀ ਅਸੀਂ ਬੰਦਿਆਂ ਦੀ ਬਰਾਬਰੀ ਕਰਨੀ ਜਾਏ। ਔਰਤਾਂ ਦੇ ਵਿੱਚ ਤਾਂ ਮੈਂ ਸਮਝਦੀ ਵੀ ਰੱਬ ਨੇ ਬਹੁਤ ਵਾਸਟ એનર્ਜੀ ਦਾ ਸੋਮਾ ਦਿੱਤਾ ਹੋਇਆ ਹੈਗਾ, ਉਹਨੂੰ ਯੂਜ਼ ਕਰਕੇ ਆਪਾਂ ਨੂੰ ਤੇ ਬਹੁਤ ਅੱਗੇ ਵਧਣਾ ਚਾਹੀਦਾ ਹੈਗਾ। ਹਾਂ, ਕੁਛ ਇੱਕ ਗੱਲਾਂ ਹੈਗੀਆਂ ਜਿਹੜੀਆਂ ਕਿ ਸਾਡੇ ਦੇਸ਼ ਦੇ ਵਿੱਚ ਜਿਨ੍ਹਾਂ ਦੀ ਪ੍ਰੋਬਲਮ ਹੈ, ਮੇਨ ਇਹ ਹੈ ਵੀ ਪ੍ਰੋਟੈਕਸ਼ਨ ਦੀ ਗੱਲ ਹੁੰਦੀ ਹੈ ਵੀ ਜੇ ਆਪਾਂ ਚਾਹੀਏ ਵੀ ਕੁੜੀਆਂ ਹਰ ਟਾਈਮ ਕੰਮ, ਹਰ ਤਰ੍ਹਾਂ ਦਾ ਕੰਮ ਕਰ ਸਕਣ, ਉਹਦੇ ਵਾਸਤੇ ਇਹ ਵੀ ਟਾਈਮ ਦੀ ਪਾਬੰਦੀ, ਦਿਨ ਵੇਲੇ, ਸ਼ਾਮ ਵੇਲੇ, ਰਾਤ ਵੇਲੇ ਕੰਮ ਕਰਨਾ, ਸੇਫਟੀ ਨਹੀਂ ਹੈ। ਸੇਫਟੀ ਹੋਣੀ ਚਾਹੀਦੀ ਹੈਗੀ ਹੈ। ਜੇ ਆਪਾਂ ਸੇਫਟੀ ਪ੍ਰੋਵਾਈਡ ਕਰਾਂਗੇ ਕੁੜੀਆਂ ਨੂੰ, ਹਰ ਤਰ੍ਹਾਂ ਦਾ ਕੰਮ ਕਰ ਸਕਦੀਆਂ, ਤਾਂ ਆਪਣੇ ਆਪ ਬਰਾਬਰੀ ਹੋ ਜਾਏਗੀ ਜੇ ਹਰ ਤਰ੍ਹਾਂ ਦਾ ਕੰਮ ਕਰ ਸਕਣਗੀਆਂ। ਠੀਕ ਹੈ। ਹੋਰ ਬਾਕੀ ਜਿੱਥੋਂ ਤੱਕ ਜਿੱਦਾਂ ਪੁਰਾਣੇ ਸੀ ਵੀ ਖਾਣ, ਉਹ ਤੇ ਅੱਜ ਕੱਲ੍ਹ ਹੁਣ ਠੀਕ ਹੈ। ਕਿਸੇ ਵੀ ਘਰ 'ਚ ਇਹ ਨਹੀਂ ਕਿਹਾ ਜਾਂਦਾ ਵੀ ਆਹ ਕੁੜੀ ਹੈ ਤੈਨੂੰ ਆਹ ਨਹੀਂ ਦੇਣਾ, ਤੇ ਆਹ ਮੁੰਡਾ ਹੈ ਤੈਨੂੰ ਆਹ ਪ੍ਰੈਫਰ ਕਰਨਾ, ਜਿਹੜਾ ਕਿ ਪਹਿਲਾਂ ਹੁੰਦਾ ਸੀ ਹੁਣ ਨਹੀਂ ਹੁੰਦਾ ਹੈਗਾ। ਮੇਰੇ ਹਿਸਾਬ ਸਿਰ ਮੇਨ ਗੱਲ ਸੇਫਟੀ ਦੀ ਹੈ। ਜੇ ਆਪਾਂ ਘਰਾਂ ਦੇ ਵਿੱਚ ਆਈਏ ਤਾਂ ਇਮੋਸ਼ਨਸ ਦੀ ਗੱਲ ਹੈਗੀ ਆ ਵੀ ਹਾਂ ਆਪਾਂ ਨੂੰ ਬਰਾਬਰੀ ਸਮਝਣੀ ਚਾਹੀਦੀ ਹੈਗੀ ਆ। ਠੀਕ ਹੈ ਨਾ, ਜੋ ਕੁੜੀਆਂ ਦੀਆਂ ਇਮੋਸ਼ਨਸ ਆ ਉਹ ਸਮਝੋ, ਜਿੱਦਾਂ ਮੁੰਡਿਆਂ ਦੀਆਂ ਸਮਝੀਆਂ ਜਾਂਦਾ, ਕੁੜੀਆਂ ਦੀਆਂ ਸਮਝੀਆਂ ਜਾਣੀਆਂ ਚਾਹੀਦੀਆਂ। ਸੋ ਇੰਟਰਨੈਸ਼ਨਲ ਔਮਨ ਡੇ ਦੇ ਉੱਤੇ ਅਸੀਂ ਵੱਖ-ਵੱਖ ਜਗ੍ਹਾ ਜਾ ਕੇ ਗੱਲਬਾਤ ਕਰ ਰਹੇ ਹਾਂ। ਹੁਣ ਅਸੀਂ ਇੱਕ ਟੇਲਰ ਦੀ ਦੁਕਾਨ ਤੇ ਆ, ਜਿਹੜਾ ਮੇਨ ਬਾਜ਼ਾਰ ਦੇ ਵਿੱਚ ਦੁਕਾਨ ਆ, ਜਿੱਥੇ ਔਰਤਾਂ ਹੀ ਇਸ ਦੁਕਾਨ ਨੂੰ ਚਲਾਉਂਦੀਆਂ ਨੇ। ਔਰਤਾਂ ਦੀ ਹੱਕ ਦੀ ਗੱਲ ਕਰ ਰਹੇ ਹਾਂ, ਔਰਤਾਂ ਬਾਰੇ ਗੱਲ ਕਰ ਰਹੇ ਹਾਂ, ਤਾਂ ਇਹਨਾਂ ਤੋਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਕਹੋਗੇ ਅੱਜ ਦੇ ਦਿਨ ਨੂੰ ਲੈ ਕੇ? ਅੱਜ ਦੇ ਦਿਨ ਨੂੰ ਲੈ ਕੇ ਮੈਂ ਤਾਂ ਇਹੀ ਕਹੂੰਗੀ ਜੀ, ਸਾਰੀਆਂ ਕੁੜੀਆਂ ਨੂੰ ਤੇ ਸਾਰੀਆਂ ਲੇਡੀਜ਼ ਨੂੰ ਆਪਣੇ ਦਮ ਤੇ ਕੰਮ ਕਰਨਾ ਚਾਹੀਦਾ ਹੈ। ਬਾਜ਼ਾਰ, ਮੇਰੀ ਦੁਕਾਨ ਨੂੰ ਕਾਫੀ ਟਾਈਮ ਹੋ ਗਿਆ ਜੀ, ਮੇਰੇ ਹਸਬੈਂਡ ਨੂੰ 9 ਸਾਲ ਹੋ ਗਏ ਪੂਰੇ ਹੋਇਆਂ ਨੂੰ ਜੀ। ਉਹਨਾਂ ਤੋਂ ਬਾਅਦ ਮੈਂ ਆਪਣੇ ਦਮ ਤੇ ਇਹ ਦੁਕਾਨ ਕੀਤੀ ਹੈ ਤੇ ਆਪਣੇ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ, ਤੇ ਡਰ ਕੇ ਘਰ ਨਹੀਂ ਬੈਠਣਾ ਚਾਹੀਦਾ, ਆਪਣਾ ਐਨ ਹਿੰਮਤ ਨਾਲ ਕੰਮ ਕਰਨਾ ਚਾਹੀਦਾ ਹੈ। ਬਰਾਬਰੀ ਸਮਾਜ 'ਚ, ਬਰਾਬਰ ਸਮਾਜ 'ਚ ਪੂਰਾ ਆਪਣਾ ਕੰਮ ਕਰਨਾ ਚਾਹੀਦਾ ਜੀ। ਸਮਾਜ 'ਚ ਕੀ ਲੱਗਦਾ ਤੁਹਾਨੂੰ ਕਿ ਸਮਾਜ ਦੇ ਵਿੱਚ ਜਿਹੜੀ ਔਰਤ ਤੇ ਮਰਦ ਦੀ ਜਿਹੜੀ ਉਹ ਬਰਾਬਰੀ ਹੈਗੀ ਆ ਹੁਣ, ਜਾਂ ਸਿਰਫ ਗੱਲਾਂ ਹੀ ਨੇ? ਨਹੀਂ ਨਹੀਂ, ਹੈਗੀ ਆ ਜੀ ਬਰਾਬਰੀ। ਇਹ ਤਾਂ ਲੇਡੀਜ਼ ਨੂੰ ਖੁਦ ਨੂੰ ਆਪ ਨੂੰ ਇਹ ਸੋਚ ਕੇ ਕੰਮ ਕਰਨਾ ਚਾਹੀਦਾ ਜੀ, ਅਸੀਂ ਮਰਦਾਂ ਤੋਂ ਘੱਟ ਤਾਂ ਹੈ ਹੀ ਨਹੀਂਗੇ, ਕਿਉਂਕਿ ਆਪਾਂ ਆਪਣਾ ਕੰਮ ਕਰਦੇ ਹਾਂ। ਤੇ ਜੇ ਮੈਂ ਅੱਜ ਦੇ ਟਾਈਮ 'ਚ ਡਰ ਕੇ ਘਰ ਬੈਠ ਜਾਂਦੀ ਹਸਬੈਂਡ ਤੋਂ ਬਾਅਦ, ਫਿਰ ਸਾਨੂੰ ਕਿਹਨੇ ਰੋਟੀ ਦੇਣੀ ਸੀਗੀ ਜੀ। ਉਹ ਤਾਂ ਇੱਦਾਂ ਹੈ ਕਿ ਕੰਮ ਕਰੋ ਤੇ ਆਪਣੇ ਬੱਚਿਆਂ ਨੂੰ ਪਾਲੋ, ਪੜ੍ਹਾਓ, ਲਿਖਾਓ। ਤੇ ਮੈਂ ਆਪਣੇ ਦਮ ਤੇ ਬੱਚਿਆਂ ਦੀਆਂ ਸ਼ਾਦੀਆਂ ਕੀਤੀਆਂ ਨੇ ਜੀ। ਕਹਿਣਾ ਚਾਹੁੰਦੇ ਹੋ ਬਾਕੀ ਔਰਤਾਂ ਨੂੰ ਦੇਖ ਕੇ? ਸਾਰੀਆਂ ਔਰਤਾਂ ਨੂੰ ਬਾਹਰ ਨਿਕਲ ਕੇ ਪੂਰਾ ਕੰਮ ਕਰਨਾ ਚਾਹੀਦਾ ਜੀ, ਘਰ ਬੈਠ ਕੇ ਕੋਈ ਗੁਜ਼ਾਰਾ ਨਹੀਂ ਹੈਗਾ। ਵੈਸੇ ਵੀ ਅੱਜ ਕੱਲ੍ਹ ਦੇ ਟਾਈਮ 'ਚ ਕੋਈ ਗੁਜ਼ਾਰਾ ਨਹੀਂ ਹੈਗਾ, ਇੰਨੀ ਮਹਿੰਗਾਈ ਵੱਧ ਰਹੀ ਆ। ਤੇ ਕੰਮ ਜ਼ਰੂਰ ਕਰੋ, ਜੇ ਬੰਦੇ ਨੇ ਬੰਦਿਆਂ ਦੇ ਨਾਲ ਸਾਥ ਦਾ ਹੋ ਕੇ ਕੰਮ ਕਰਨਾ ਚਾਹੀਦਾ ਹੈ, ਬਿਲਕੁਲ ਜੀ, ਉਹਨਾਂ ਦੇ ਬਰਾਬਰ ਕੰਮ ਕਰਨਾ ਚਾਹੀਦਾ ਹੈ। ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨਾ ਚਾਹੀਦਾ। ਹੋਰ ਵੀ ਇਹਨਾਂ ਨਾਲ ਗੱਲ ਕਰਦੇ ਹਾਂ। ਤੁਸੀਂ ਕੀ ਕਹੋਗੇ ਇੰਟਰਨੈਸ਼ਨਲ ਔਮਨ ਡੇ ਤੇ? ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ, ਸਾਰੀ ਲੇਡੀਜ਼ ਨੂੰ ਕੰਮ ਕਰਨਾ ਚਾਹੀਦਾ, ਘਰੇ ਨਹੀਂ ਬੈਠਣਾ ਚਾਹੀਦਾ, ਆਪਣੇ ਹਸਬੈਂਡ ਦੇ ਨਾਲ ਖੜਨਾ ਚਾਹੀਦਾ, ਬਰਾਬਰ ਦਾ ਹੱਥ ਵਟਾਉਣਾ ਚਾਹੀਦਾ ਉਹਨਾਂ ਦੇ ਨਾਲ। ਤੇ ਸੋ ਬਿਲਕੁਲ ਗੱਲ ਸਹੀ ਹੈ ਕਿ ਬਰਾਬਰ ਹੱਥ ਵਟਾਉਣਾ ਚਾਹੁੰਦਾ ਹੈ। ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਸਤਿ ਸ੍ਰੀ ਅਕਾਲ ਜੀ। ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਵੀ ਸਾਰੀ ਲੇਡੀਜ਼ ਨੂੰ ਕੰਮ ਕਰਨਾ ਚਾਹੀਦਾ ਆ ਤੇ ਆਪਣੇ ਬੱਚੇ ਖੁਦ ਪਾਲਣੇ ਚਾਹੀਦੇ ਨੇ। ਬਰਾਬਰ ਤਾਂ ਹੈ ਸਮਾਜ 'ਚ? ਹਾਂਜੀ ਹਾਂਜੀ, ਬਰਾਬਰ ਹੈਗੀ ਆ, ਹਸਬੈਂਡ ਦੇ ਬਰਾਬਰ ਰਹਿ ਕੇ ਕੰਮ ਕਰਨਾ ਚਾਹੀਦਾ ਆ। ਬਿਲਕੁਲ ਜੀ। ਹਾਂਜੀ। ਸੋ ਵੱਖ-ਵੱਖ ਜਿਹੜੀ ਅਸੀਂ ਲੇਡੀਜ਼ ਨਾਲ ਗੱਲ ਕਰ ਰਹੇ, ਜਿਵੇਂ ਅਸੀਂ ਇਹਨਾਂ ਨਾਲ ਗੱਲ ਕੀਤੀ ਹੈ ਕਿ ਸਿਲਾਈ ਕਢਾਈ ਦਾ ਜਿਹੜਾ ਇੱਥੇ ਕੰਮ ਕਰਦੇ ਆ ਮੇਨ ਬਾਜ਼ਾਰ ਦੇ ਵਿੱਚ, ਜਿੱਥੇ ਕਿ ਜਿਵੇਂ ਇਹਨਾਂ ਦੱਸਿਆ ਕਿ ਬਰਾਬਰ ਤਾਂ ਜ਼ਰੂਰ ਹੈਗੀ ਹੈ, ਸਾਨੂੰ ਆਪ ਖੁਦ ਕੰਮ ਕਰਨਾ ਪਵੇ, ਕਮਾਂਡ ਸੰਭਾਲਣੀ ਚਾਹੀਦੀ ਹੈ, ਜਿਵੇਂ ਕਿ ਸੰਭਾਲ ਰਹੀਆਂ ਤੇ ਆਪਣਾ ਗੁਜ਼ਾਰਾ ਜਿਹੜਾ ਕੀਤਾ ਜਾ ਰਿਹਾ। ਇੰਟਰਨੈਸ਼ਨਲ ਵੂਮਨ ਡੇ ਦੇ ਉੱਤੇ ਵੱਖ-ਵੱਖ ਇਸਤਰੀਆਂ ਨੂੰ ਅਸੀਂ ਮਿਲ ਰਹੇ ਹਾਂ, ਗੱਲ ਕਰ ਰਹੇ ਹਾਂ ਉਹਨਾਂ ਨਾਲ ਵੱਖ-ਵੱਖ ਪ੍ਰੋਫੈਸ਼ਨ ਦੇ। ਇੱਕ NGO ਚਲਾਉਣ ਵਾਲੇ, ਔਰਤਾਂ ਦੇ ਹੱਕ ਲਈ ਖੜਨ ਵਾਲੇ ਸੀਮਾ ਜੀ ਸਾਡੇ ਨਾਲ ਨੇ, ਸੀਮਾ ਕੌਸ਼ਲ ਜੀ, ਉਹਨਾਂ ਨਾਲ ਗੱਲ ਕਰਦੇ ਹਾਂ। ਮੈਡਮ, ਤੁਸੀਂ ਵੀ ਇੱਕ NGO ਚਲਾਉਂਦੇ ਹੋ, ਇਸ ਦਿਨ ਨੂੰ ਲੈ ਕੇ ਤੁਸੀਂ ਕੀ ਕਹੋਗੇ? नमस्कार। पहले तो सभी को हैप्पी वुमेंस डे। तो आज इंटरनेशनल वुमेंस डे है, तो मेरा हर एक आसपास हमारे एरिया में या फिर पूरे विश्व की लेडीज़ के लिए एक ही मैसेज है कि औरतें कमज़ोर नहीं होती,
किसी फील्ड में हम चाहते हो लगता है कि उनको कि हम कमज़ोर हैं और आगे नहीं बढ़ सकते। कई बार अंदर क्वालिटीज़ इतनी छिपी होती हैं, उनके अंदर प्रतिभाएं हैं जो वो छिपी हुई प्रतिभा बाहर निकालने के लिए हमारा जो एनजीओ है वो काम कर रहा है, जिसमें छोटे बच्चियों से लेके किसी भी एज ग्रुप की लेडीज़ के लिए हम काम करते हैं। जैसे बच्चों के लिए स्टडी का प्रोवाइड करते हैं, एजुकेशन में वो आगे बढ़ना चाहते हैं। कुछ घर ऐसे हैं जहाँ पे बच्चों के पढ़ाई के लिए पैसा नहीं है, तो इसलिए इस वजह से वो पैसे के कारण अपनी पढ़ाई छोड़ देती हैं। ਕਹੋਗੇ ਕਿ ਔਰਤ ਦੇ ਅੱਜ ਦੇ ਦਿਨ ਨੂੰ ਲੈ ਕੇ ਕਿ ਬਰਾਬਰਤਾ ਹੈ, ਸਮਾਜ ਦੇ ਵਿੱਚ ਹੱਕ ਹੈ? यस, अभी आजकल अगर हम देखें तो कहने में तो वुमेन्स एम्पावरमेंट पे बहुत सारे लेक्चर होते हैं कि समानता है, पर आज भी अगर आप सोसाइटी में बाहर निकल के देखो तो बहुत जगह पे समानता नहीं है। लड़कों को पढ़ाने के लिए पूरा सपोर्ट करते हैं फैमिली मेम्बर्स, उनके पेरेंट्स, बट लड़कियों के लिए अगर 8वीं पास कर ली, 10वीं पास कर ली तो वो बोलते हैं कि पैसा नहीं है, तुम आगे रुक जाओ, लड़का पढ़ ले क्योंकि उसने कुछ कमा के लेकर आना है। तो लड़की और लड़के का ये डिफरेंस आज भी बहुत सारे घरों में है, ऐसा नहीं कि सब जगह पे ख़त्म हो गया है। तो हमारी टीम इसी कोशिश में है कि वो डिफरेंस ख़त्म हो सके, ताकि लड़के और लड़कियों को समान पढ़ाई मिले, उनके स्किल्स जो इम्प्रूव करने वाले हैं। अब देखो सेल्फ डिफेंस में भी अगर देखें कराटे के लिए लोग कहते हैं बॉडी बिल्डिंग या सेल्फ डिफेंस में कराटे सिर्फ लड़के खेल सकते हैं, बट हमारे यहाँ लड़कियाँ सीखती हैं, खेलती हैं और स्टेट लेवल, डिस्ट्रिक्ट लेवल पे खेलने भी जाती हैं। तो गवर्नमेंट स्कूल की लड़कियों को हम हर साल कोचिंग देते हैं, हमारे कॉलेजेस में भी, यूनिवर्सिटीज़ में भी, स्कूल्स में भी सेमिनार होते हैं सेल्फ डिफेंस के, योगा एंड वेलनेस मेडिटेशन के, ताकि कमी कहाँ पे है? आप बोल रहे हो कि अभी भी फ़र्क है, कमी कहाँ पे है? कमी अगर हम कहें कि सिर्फ जेंट्स की है, नहीं, जेंट्स कभी भी नहीं बोलेगा कि लड़की को दबाओ या लड़की नहीं होनी चाहिए। अगर देखें तो औरत ही औरत के लिए ऑब्स्टेकल क्रिएट करती है। मैं सभी लेडीज़ के लिए ये ज़रूर रिक्वेस्ट करूँगी कि आप अपनी लड़कियों को सपोर्ट दो, एज अ मदर, एज अ सिस्टर, एज अ टीचर। कभी भी उनको ये रोक नहीं लगाओ कि हाँ तुम लड़की हो तो तुम्हें आगे नहीं बढ़ना। आगे बढ़ने के लिए अगर एक वुमेन ही सपोर्ट करती है तो ही लड़कियां आगे बढ़ सकती है। आज भी अगर हम अपनी सोसाइटी में देखें, एक लड़की पैदा होने के लिए अगर जब एक बहू घर में प्रेग्नेंट होती है तो कभी भी ससुर नहीं कहेगा, कभी भी हस्बैंड नहीं कहेगा कि मुझे लड़का होना चाहिए, लड़की होनी चाहिए हमारे घर में। एक औरत ही बोलेगी कि नहीं तुम्हें बेटा ही पैदा हो। क्यों? औरत ही औरत को सपोर्ट नहीं कर रही है। तो औरतों को ये अपना माइंड सेट थोड़ा चेंज करना होगा। हमारा यही मैसेज है कि लड़कियां भी उतनी ही वैल्यू करती हैं जितना लड़के। अगर औरतें नहीं हैं, लड़कियां नहीं हैं घर में, तो आगे चल के पीढ़ी में लड़के क्या करेंगे अकेले आपके? उनके बिना तो सृष्टि ही नहीं है। ਬਿਲਕੁਲ, ਬਹੁਤ ਵਧੀਆ ਇੱਕ ਮੈਸੇਜ ਦਿੱਤਾ ਹੈ ਕਿ ਔਰਤ ਦੁਸ਼ਮਣ ਹੈ, ਕਿਉਂਕਿ ਮੰਗ ਹਮੇਸ਼ਾ ਮੁੰਡੇ ਦੀ ਔਰਤ ਕਰਦੀ ਹੈ, ਨਾ ਕਿ ਮਰਦ ਕਰਦਾ, ਤੇ ਬਰਾਬਰਤਾ ਜ਼ਰੂਰ ਮਿਲਣੀ ਚਾਹੀਦੀ ਹੈ। थैंक यू वेरी मच। और एक चीज़ में सोसाइटी के लिए मेरा मैसेज ज़रूर है कि अपनी लड़कियों को इतना स्ट्रांग बनाओ। जैसे अभी एक चीज़ जहाँ पे मैं लैक देखती हूँ, हम 6 साल 7 साल से हम अपना एनजीओ चला रहे हैं, जिसमें मिडिल क्लास या अपर क्लास या लोअर क्लास तीनों कैटेगरी के लोग हमारे एनजीओ में आते हैं। बट उसमें एक चीज़ है कि अपनी लड़कियों के लिए फाइनेंशियल स्ट्रॉन्ग करना उनको बहुत ज़्यादा ज़रूरी है, ताकि वो आगे चल के कभी भी नीचे नहीं गिरे। चाहे वो सोसाइटी है, चाहे वो पेरेंट्स हैं या सास ससुर हैं या कहीं से भी, अगर फाइनेंशियल सपोर्ट नहीं है, चाहे वो मिडिल क्लास या अपर क्लास की लड़कियों को भी मैंने देखा है कि वो भी कहीं ना कहीं डाइवोर्स हो गया या कुछ भी हो गया तो वो घर वापस आती है, तो पेरेंट्स को ये होता है कि नहीं तुम्हें घर नहीं लेकर आना, इसलिए क्योंकि तुम्हारा अब ससुराल ही सब कुछ है। क्यों? जब आप लड़के को रख सकते हो तो लड़की क्यों नहीं रह सकती? अगर लड़के का प्रॉपर्टी में हिस्सा है तो आप लड़की के लिए क्यों प्रॉपर्टी में हिस्सा नहीं रख सकते? कई जगह पे जो बहुत ही रिच फैमिलीज हैं उसमें ये है, बट मिडिल क्लास में या लोअर क्लास में ये लड़कियों के लिए सोच कभी भी नहीं। अगर आप स्टार्टिंग से ही जब लड़की पैदा हुई है उसको फाइनेंशियल स्ट्रॉन्ग करना, उनके लिए भी वैसे ही एफडीज, बैंक बैलेंस, और उनके लिए भी ऐसे कुछ स्किल्स उनको सिखाने के लिए करो कि वो खुद अर्न कर सके, तो मुझे लगता है लड़कियां कभी भी किसी भी फील्ड में मार नहीं खा सकती। तो फाइनेंशियल स्ट्रॉन्ग होना, फिजिकल स्ट्रॉन्ग होना, मेंटल और इमोशनल स्ट्रॉन्ग होना लड़की के लिए बहुत ज़रूरी है। तो उसके लिए वो खुद अपने लिए काम कर सकती है, कोई और उसके लिए कुछ नहीं कर सकता। तो सभी लड़कियों को, सभी औरतों के लिए मैं यही रिक्वेस्ट करूँगी, जो अपने सपने हैं वो खुल के जिए, अपने जीवन को, जो ये जो ब्लेसिंग्स हैं, ब्यूटीफुल गिफ्ट हमें गॉड ने दिया है, एक औरत बन के हमें पैदा किया है, तो वो आपके लिए बहुत बड़ा ब्लेसिंग्स है। तो आप ज़रूर इस ब्लेसिंग्स को अच्छे से जी। ਇੰਟਰਨੈਸ਼ਨਲ ਔਮਨ ਡੇ ਅਸੀਂ ਅੱਜ ਮਨਾ ਰਹੇ ਹਾਂ ਤੇ ਮੇਰੇ ਨਾਲ ਮੌਜੂਦ ਨੇ
ਐਕਟਰੈਸ ਤੇ ਮਾਡਲ ਮਹਿਰੀਨ ਕੌਰ ਟੌੜਾ ਜੀ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਔਰਤਾਂ ਨੂੰ ਲੈ ਕੇ ਉਹ ਕੀ ਸੋਚਦੇ ਨੇ, ਕੀ ਬਰਾਬਰ ਦਾ ਅਧਿਕਾਰ ਸਾਨੂੰ ਇਸ ਸਮਾਜ ਦੇ ਵਿੱਚ ਮਿਲਿਆ। ਸਭ ਤੋਂ ਪਹਿਲਾਂ ਸਵਾਗਤ ਕਰਿਆ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਕੀ ਸੋਚਦੇ ਹੋ ਅੱਜ ਦੇ ਦਿਨ ਨੂੰ ਲੈ ਕੇ, ਕਿਉਂਕਿ ਇੰਟਰਨੈਸ਼ਨਲ ਵੂਮਨ ਡੇ ਅਸੀਂ ਮਨਾਉਂਦੇ ਹਾਂ, ਹਾਲਾਂਕਿ ਔਰਤਾਂ ਦੇ ਸਾਰੇ ਦਿਨ ਹੁੰਦੇ ਨੇ, ਪਰ ਇਹਨੂੰ ਸਪੈਸੀਫਿਕ ਇਹ ਦਿਨ ਨੂੰ ਅਸੀਂ ਮਨਾਉਂਦੇ ਹਾਂ। ਕੀ ਸੋਚਦੇ ਹੋ ਔਰਤਾਂ ਦੇ? ਔਰਤਾਂ ਬਾਰੇ ਇਹ ਹੈ ਜੀ ਕਿ ਔਰਤ ਹੈ ਜਿਹੜੀ, ਉਹਨੇ ਹੀ ਸ੍ਰਿਸ਼ਟੀ ਸਾਰੀ ਰਚੀ ਹੈ। ਸ਼ੀ ਇਜ਼ ਦਾ ਕ੍ਰੀਏਟਰ ਆਫਟਰ ਗੋਡ। ਜੇ ਆਪਾਂ ਕਹਿੰਦੇ ਆ ਕਿ ਪਰਮਾਤਮਾ ਦੀ ਸਾਰੀ ਦੇਣ ਹੈਗੀ ਹੈ ਜਾਂ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਸਾਜੀ ਹੈ, ਤਾਂ ਜੇ ਇੱਥੇ ਧਰਤੀ ਤੇ ਸਵਰਗ ਜਿਵੇਂ ਆਪਾਂ ਕਹਿ ਦਿੰਦੇ ਆ ਮਾਂ ਹੈ, ਉਹ ਇੱਕ ਔਰਤ ਹੀ ਹੈ। ਸੋ ਸ਼ੀ ਇਜ਼ ਦਾ ਕ੍ਰੀਏਟਰ। ਇਹਦੇ 'ਚ ਇੰਨੀ ਤਾਕਤ ਹੈ, ਜੇ ਰੱਬ ਤੋਂ ਬਾਅਦ ਕਿਸੇ ਨੂੰ ਕ੍ਰੀਏਟ ਕਰਨ ਦੀ ਤਾਕਤ ਹੈ ਤਾਂ ਉਹ ਔਰਤ ਦੇ ਵਿੱਚ ਹੈ। ਤਾਂ ਔਰਤ ਹੈ ਜਿਹੜੀ ਪਹਿਲਾਂ ਆਪਣੇ ਘਰ ਨੂੰ ਸੰਭਾਲਦੀ ਹੈ, ਫਿਰ ਆਪਣੇ ਸਮਾਜ ਨੂੰ ਵੀ ਸੰਭਾਲਦੀ ਹੈ, ਆਪਣੇ ਇਨ-ਲॉज ਨੂੰ ਵੀ। ਕਿੰਨੀਆਂ ਡਿਊਟੀਆਂ ਹੁੰਦੀਆਂ ਨੇ ਉਹਦੇ ਨਾਲ ਨਾਲ, ਘਰ ਸੰਭਾਲਣ ਦੇ ਨਾਲ ਨਾਲ ਉਹ ਆਪਣਾ ਇੱਕ ਪ੍ਰੋਫੈਸ਼ਨ ਜੋ ਵੀ ਹੋਵੇ, ਚਾਹੇ ਉਹ ਹਾਊਸ ਵਾਈਫ ਹੋਵੇ, ਉੱਥੇ ਬੱਚਿਆਂ ਨੂੰ ਸੰਭਾਲਣਾ, ਸਾਰੇ ਘਰ ਨੂੰ ਹੈਂਡਲ ਕਰਨਾ, ਜੇ ਉਹ ਵਰਕਿੰਗ ਹੈ ਤਾਂ ਉਹਨੂੰ ਬੈਲੈਂਸ ਬਣਾ ਕੇ ਰੱਖਣਾ। ਮੈਨੂੰ ਲੱਗਦਾ ਔਰਤ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਹਰ ਚੀਜ਼ ਦਾ ਬੈਲੈਂਸ ਬਣਾ ਕੇ ਰੱਖਣ ਦੀ। ਧਰਮ ਨੂੰ ਕਿਸ ਤਰੀਕੇ ਨਾਲ ਦੇਖਦੇ ਆ ਔਰਤ ਦੀ ਰਿਸਪੈਕਟ ਨੂੰ ਲੈ ਕੇ, ਕਿਉਂਕਿ ਹਰ ਧਰਮ ਔਰਤ ਦੀ ਵੱਖਰੀ ਰਿਸਪੈਕਟ ਲਈ ਦੇਖਦਾ। ਕੋਈ ਪਰਦੇ 'ਚ ਰੱਖ ਕੇ ਰਿਸਪੈਕਟ ਦੇਖਦਾ, ਕੋਈ ਪਰਦੇ ਤੋਂ ਬਿਨਾਂ ਦੇਖਦਾ ਆ। ਤੁਹਾਡੇ ਲਈ ਕੀ ਹੈ, ਕੀ ਧਰਮ ਔਰਤ ਨੂੰ ਗੁਲਾਮ ਬਣਾ ਦਿੰਦਾ ਜਾਂ ਧਰਮ ਜਿਹੜਾ ਔਰਤ ਨੂੰ ਆਜ਼ਾਦ ਬਣਾ ਦਿੰਦਾ? ਬਿਲਕੁਲ ਜੀ, ਦੇਖੋ ਮੈਂ ਸਿੱਖੀ ਧਰਮ 'ਚੋਂ ਆ ਤੇ ਔਰਤ ਸਾਡੇ ਜਿਹੜੀ ਮਾਈ ਭਾਗੋ ਹੋ ਗਏ ਜਾਂ ਮਾਤਾ ਗੁਜਰੀ ਹੋ ਗਏ, ਉਹਨਾਂ ਨੇ ਆਪਣੇ ਸਾਡੇ ਗੁਰੂਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸਪੋਰਟ ਕੀਤੀ ਹੈ ਉਹ ਜ਼ਮਾਨਿਆਂ 'ਚ। ਤੇ ਸਾਨੂੰ ਤਾਂ ਇਹੀ ਸਿੱਖਿਆ ਮਿਲੀ ਹੈ ਕਿ ਔਰਤ ਮਰਦ ਦੇ ਨਾਲ ਹੈ, ਤੇ ਉਹੀ ਅਸੀਂ ਹਿੰਦੂ ਧਰਮ 'ਚ ਵੀ ਦੇਖਦੇ ਹਾਂ। ਠੀਕ ਹੈ ਜੀ, ਅਸੀਂ ਮੈਨੂੰ ਲੱਗਦਾ ਇੰਨੇ ਅਸੀਂ ਦੇਵਤਿਆਂ ਨੂੰ ਨਹੀਂ ਪੂਜਦੇ ਜਿੰਨੇ ਅਸੀਂ ਲਕਸ਼ਮੀ ਮਾਤਾ ਲਾ ਲਓ ਜਾਂ ਸੀਤਾ ਲਾ ਲਓ ਜਾਂ ਆਪਣੇ ਸਰਸਵਤੀ ਲਾ ਲਓ, ਸੰਤੋਸ਼ੀ ਮਾਤਾ ਲਾ ਲਓ। ਕਿੰਨੀਆਂ ਮਾਵਾਂ ਨੂੰ ਅਸੀਂ ਪੂਜਦੇ ਹਾਂ, ਤਾਂ ਔਰਤਾਂ ਹੀ ਨੇ, ਔਰਤਾਂ ਹੀ ਨੇ। ਸ਼ਿਵ ਜੀ ਤੋਂ ਪਹਿਲਾਂ ਪਾਰਵਤੀ ਜੀ ਦਾ ਨਾਮ ਆਉਣਾ, ਉਹ ਔਰਤ ਹੀ ਹੈ ਨਾ ਉਹ ਵੀ। ਸੋ ਧਰਮ ਵੀ ਸਾਨੂੰ ਬਰਾਬਰਤਾ ਹੀ ਸਿਖਾਈ ਹੋਈ ਹੈ। ਇਹ ਬਾਅਦ ਦੇ ਵਿੱਚ ਕੁਝ ਲੋਕਾਂ ਨੇ ਬਣਾਤੀਆਂ ਨੇ ਇਹ ਚੀਜ਼ਾਂ, ਧਰਮਾਂ ਨੇ ਵੀ ਬਰਾਬਰਤਾ ਹੀ ਦੱਸੀ ਹੈਗੀ ਹੈ। ਅੱਛਾ, ਇੱਕ ਲਾਸਟ ਮੈਸੇਜ ਤਮਾਮ ਔਰਤਾਂ ਜਾਂ ਤਮਾਮ ਉਹ ਲੇਡੀਜ਼ ਸਾਨੂੰ ਦੇਖ ਰਹੀਆਂ, ਚਾਹੇ ਨੈਸ਼ਨਲ ਇੰਟਰਨੈਸ਼ਨਲ ਦੇਖ ਰਹੀਆਂ, ਨੈਸ਼ਨਲ ਦੇਖ ਰਹੀਆਂ, ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ? ਕੀ ਐਸੀ ਗੱਲ ਜਿਹੜੀ ਕਿ ਲੱਗਦਾ ਕਿ ਉਹਨਾਂ ਦੇ ਹੱਕ ਲਈ, ਜਾਂ ਕਹਿ ਦਈਏ ਕਿ ਉਹਨਾਂ ਦੀ ਇੱਕ ਨਵੀਂ ਸੋਚ ਉਹਨਾਂ ਦੇ? ਮੈਂ ਜੀ ਇੰਟਰਨੈਸ਼ਨਲ ਵੂਮਨਸ ਡੇ ਤੇ ਔਰਤਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਆਪ ਨੂੰ ਵੱਧ ਤੋਂ ਵੱਧ ਐਜੂਕੇਟ ਕਰੋ। ਜੇ ਤੁਸੀਂ ਐਜੂਕੇਟ ਹੋਵੋਗੇ, ਤੁਹਾਨੂੰ ਦੁਨੀਆ ਦਾ ਪਤਾ ਲੱਗੂਗਾ, ਤੁਹਾਨੂੰ ਆਪਣੇ ਹੱਕਾਂ ਦਾ ਪਤਾ ਲੱਗੂਗਾ, ਤੁਹਾਨੂੰ ਆਲੇ ਦੁਆਲੇ ਦਾ ਪਤਾ ਲੱਗੂਗਾ, ਤਾਂ ਹੀ ਤੁਸੀਂ ਆਪਣੇ ਆਪ ਲਈ ਸਟਰੋਂਗ ਹੋ ਸਕਦੇ ਹੋ, ਮੈਂਟਲੀ ਵੀ, ਆਲੇ ਦੁਆਲੇ ਲਈ ਵੀ। ਐਜੂਕੇਟ ਯੋਰਸੈਲਫ, ਡਿਟਰਮਿਨਡ ਰਹੋ, ਕੌਨਫੀਡੈਂਟ ਰਹੋ। ਅਸੀਂ ਤਾਂ ਹੀ ਬਰਾਬਰ ਆਵਾਂਗੇ ਜੇ ਅਸੀਂ ਅਵੇਅਰ ਹੋਵਾਂਗੇ, ਸਾਨੂੰ ਆਪਣੇ ਬਾਰੇ ਪਤਾ ਹੋਊਗਾ ਜੇ ਅਸੀਂ ਐਜੂਕੇਟ ਹੋਵਾਂਗੇ। ਸੋ ਐਜੂਕੇਟ ਯੋਰਸੈਲਫ। ਸੋ ਥੈਂਕ ਯੂ ਵੈਰੀ ਮੱਚ, ਜਿਹੜਾ ਅੱਜ ਤੁਸੀਂ ਇਹ ਦਿਨ ਦੇ ਉੱਤੇ ਜਿਹੜਾ ਸੰਬੋਧਨ ਕੀਤਾ ਹੈ ਤਮਾਮ ਔਰਤਾਂ ਨੂੰ, ਕਿਉਂਕਿ ਇੰਟਰਨੈਸ਼ਨਲ ਦਿਨ ਸੀ। ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਥੈਂਕ ਯੂ। ਤੁਸੀਂ, ਮੈਂ ਬਹੁਤ ਥੈਂਕਸ ਕਰਦੀ ਹਾਂ ਤੁਹਾਡਾ। ਤੁਸੀਂ ਮੇਰੇ ਵਿਚਾਰ ਸੁਣੇ ਨੇ, ਮੈਨੂੰ ਸਭ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ, ਤੁਹਾਡੇ ਨਾਲ ਗੱਲਾਂ ਕਰਨ ਦਾ, ਵਿਚਾਰ ਕਰਨ ਦਾ ਮੌਕਾ ਮਿਲਿਆ। ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਐਕਟਰੈਸ ਮਹਿਰੀਨ ਕੌਰ ਟੌੜਾ, ਜਿਨ੍ਹਾਂ ਨੇ ਆਪਣੇ ਵਿਚਾਰ ਦੱਸਿਆ ਕਿ ਐਜੂਕੇਟ ਹੋਣਾ ਜ਼ਿਆਦਾ ਜ਼ਰੂਰੀ ਆ। ਜੇਕਰ ਤੁਸੀਂ ਪੜ੍ਹੇ ਲਿਖੇ ਹੋ, ਸਮਝੋਗੇ, ਤਾਂ ਤੁਸੀਂ ਔਰਤ ਨੂੰ ਵੀ ਸਮਝ ਸਕਦੇ ਹੋ ਕਿ ਔਰਤ ਹੀ ਜਿਹੜੀ ਉਹ ਸਿਰਜਣਹਾਰ ਹੈ, ਚਾਹੇ ਉਹ ਘਰ ਹੈ ਚਾਹੇ ਬਾਹਰ ਹੈ, ਬੈਲੈਂਸ ਬਰਾਬਰ ਜਿਹੜੀ ਉਹ ਔਰਤ ਹੀ ਰੱਖਦੀ ਹੈ। ਸੋ ਆਓ ਚੱਲਦੇ ਹਾਂ, ਹੋਰਾਂ ਨਾਲ ਗੱਲ ਕਰਦੇ ਹਾਂ ਉਹ ਕੀ ਕਹਿੰਦੇ ਨੇ ਅੱਜ ਦੇ ਦਿਨ ਨੂੰ ਲੈ ਕੇ। ਅੱਜ ਅਸੀਂ ਆਪਣੇ ਸ਼ੋਅ ਦੇ ਵਿੱਚ ਜਾਣੀ ਕਿ ਇੰਟਰਨੈਸ਼ਨਲ ਵੂਮਨ ਡੇ ਦੇ ਉੱਤੇ ਵੱਖ-ਵੱਖ ਔਰਤਾਂ ਨਾਲ ਗੱਲ ਕੀਤੀ ਹੈ, ਵੱਖ-ਵੱਖ ਵਰਗ ਦੀਆਂ ਔਰਤਾਂ, ਚਾਹੇ ਉਹ ਟੀਚਰ ਹੋਵੇ, ਪ੍ਰਿੰਸੀਪਲ ਹੋਵੇ, ਮਾਡਲ ਹੋਵੇ, ਐਕਟਰ ਹੋਵੇ, ਜਾਂ ਫਿਰ ਦੁਕਾਨ ਤੇ ਕੰਮ ਕਰਨ ਵਾਲੀਆਂ, ਜਾਂ ਖੁਦ ਰੁਜ਼ਗਾਰ ਚਲਾਉਣ ਵਾਲੀਆਂ, ਜਾਂ ਸਿੰਗਲ ਮਦਰ। ਹਰ ਇੱਕ ਨਾਲ ਗੱਲਬਾਤ ਕੀਤੀ ਹੈ, ਹਰ ਇੱਕ ਆਫਿਸਰ ਲੇਡੀ ਨਾਲ ਗੱਲਬਾਤ ਕੀਤੀ ਹੈ, ਡਾਕਟਰ ਨਾਲ ਕੀਤੀ ਹੈ ਕਿ ਕਿਸ ਤਰੀਕੇ ਨਾਲ ਉਹ ਔਰਤਾਂ ਬਾਰੇ ਸੋਚਦੇ ਆ ਕਿ ਔਰਤ ਦੀ ਆਜ਼ਾਦੀ ਕੀ ਹੈ, ਕਿ ਔਰਤ ਨੂੰ ਬਰਾਬਰ ਦਾ ਅਧਿਕਾਰ ਮਿਲਿਆ ਹੋਇਆ ਸਮਾਜ ਦੇ ਵਿੱਚ। ਅੱਜ ਇੰਟਰਨੈਸ਼ਨਲ ਵੂਮਨ ਡੇ ਦੇ ਉੱਤੇ ਟੀਵੀ ਪੰਜਾਬ ਦੀ ਇੱਕ ਖਾਸ ਪੇਸ਼ਕਸ਼ ਸੀ। ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਹੁਣ ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦੇ ਇਜਾਜ਼ਤ, ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।